ਧੰਨ ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਭਰਨ ਨਾ ਸਕੋਂ। ਤੂੰ ਠਾਕੁਰ ਊਚ ਭਗਵਾਨਾ। ਜੇਤਾ ਜਿਉ ਪਿੰਡ ਸਭ ਤੇਰਾ। ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ। ਜਿਹਾ ਤੂੰ ਕਰਾਹੇ ਤੇਹਾ ਹੋਂ ਕਰੀ ਵਖਿਆਨ। ਧੰਨ ਵਾਹਿਗੁਰੂ ਸਾਹਿਬ ਜੀ। ਦੇਖ ਫਰੀਦਾ ਜੋ ਥੀਆ। ਦਾੜੀ ਹੋਈ ਭੂਰ। ਅਗੋ ਨੇੜਾ ਆਇਆ। ਪਿੱਛਾ ਰਹਿਆ ਦੂਰ। ਦੇਖ ਫਰੀਦਾ ਜੋ ਥੀਆ। ਦਾੜੀ ਹੋਈ ਭੂਰ। ਅਗੋਂ ਨੇੜਾ ਆਇਆ। ਪਿੱਛਾ ਰਹਿਆ ਦੂਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋਂ। ਸਤਿਗੁਰਾਂ ਨੇ ਰਹਿਮਤ ਬਖਸ਼ਿਸ਼ ਕੀਤੀ ਹੈ। ਹਫ਼ਤਾਵਾਰੀ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਪਾਠ ਗੁਰਬਾਣੀ ਕੀਰਤਨ ਆਪ ਜੀਆਂ ਨੇ ਸਰਵਣ ਕੀਤੇ ਹਨ। ਚੱਲ ਰਹੀ ਲੜੀਵਾਰ ਕਥਾ ਸ਼ਲੋਕ ਸ਼ੇਖ ਬਾਬਾ ਫਰੀਦ ਜੀ ਦੀ ਪਾਵਨ ਬਾਣੀ ਦੀ ਵਿਚਾਰ। ਅੱਜ ਦਾ ਜੋ ਸ਼ਲੋਕ ਆਪ ਜੀ ਨੇ ਸਰਵਣ ਕੀਤਾ, ਜਿਸ ਦਾ ਪਾਠ ਤੇ ਆਪ ਜੀ ਸਕਰੀਨ ਉੱਤੇ ਉਹ ਸ਼ਬਦ ਦੇਖ ਰਹੇ ਹੋ, ਇਹ ਲੜੀ ਦੇ ਵਿੱਚ 9ਵਾਂ ਨੰਬਰ ਹੈ। ਅੱਜ ਵਾਲਾ ਸ਼ਲੋਕ ਜਿਹੜਾ ਹੈ ਇਹ ਲੜੀ ਵਿੱਚ 9ਵਾਂ ਨੰਬਰ ਸ਼ਲੋਕ ਦਾ ਹੈ, ਜਿਸ ਦਾ ਪਾਠ ਤੁਸੀਂ ਸਰਵਣ ਕੀਤਾ ਤੇ ਸਕਰੀਨ ਤੇ ਦੇਖ ਰਹੇ ਹੋ ਉਸ ਸ਼ਬਦ ਨੂੰ। ਜਿਵੇਂ ਸਤਿਗੁਰੂ ਮਹਾਰਾਜ ਜੀ ਮਤ ਬੁੱਧ ਸੋਝੀ ਬਖਸ਼ਿਸ਼ ਕਰਨਗੇ, ਇਸ ਪਾਵਨ ਸ਼ਬਦ ਦੀ ਵਿਚਾਰ ਮੈਂ ਆਪ ਜੀ ਨਾਲ ਕਰਨ ਦਾ ਯਤਨ ਕਰਾਂਗਾ। ਆਓ ਸਾਧ ਸੰਗਤ, ਮਨ ਦੇ ਟਿਕਾਓ ਵਾਸਤੇ, ਇਕਾਗਰਤਾ ਦੇ ਵਾਸਤੇ ਸਾਰੀ ਸੰਗਤ ਕੋਈ ਰਸਨਾ ਵੀ ਵਾਂਝੀ ਨਾ ਰਹੇ। ਸਾਰਿਆਂ ਨੇ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਗੁਰੂ ਚਰਨਾਂ 'ਚ ਮਨ ਕਰਕੇ ਅਰਦਾਸ ਕਰੀਏ, ਵਾਹਿਗੁਰੂ ਅੰਦਰ ਦਾ ਟਿਕਾ ਬਖਸ਼ਿਸ਼ ਕਰੇ, ਤਾਂ ਕਿ ਸ਼ਬਦ ਕਹਿਣ ਤੇ ਸੁਣਨ ਦੀ ਸਤਿਗੁਰੂ ਮਹਾਰਾਜ ਜੀ ਸਾਨੂੰ ਸੋਝੀ ਬਖਸ਼ਿਸ਼ ਕਰਨ। ਆਓ ਸਾਧ ਸੰਗਤ ਕਰੋ ਕਿਰਪਾ, ਸਾਰੇ ਇੱਕੇ ਵਾਰਾ ਮਿਲ ਕੇ ਆਖੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਸਾਰੇ ਕਿਰਪਾ, ਸਤਨਾਮ ਸ੍ਰੀ ਵਾਹਿਗੁਰੂ ਜੀ। ਅੱਜ ਦਾ ਜੋ ਸ਼ਲੋਕ ਹੈ ਬਾਬਾ ਫਰੀਦ ਜੀ ਦਾ, ਪਹਿਲਾਂ ਅਸੀਂ ਜਿਵੇਂ ਹਰ ਵਾਰੀ ਅੱਖਰੀ ਅਰਥ ਦੇਖਦੇ ਹਾਂ, ਫਿਰ ਉਸ ਦੀ ਵਿਆਖਿਆ ਦੇ ਨਾਲ ਆਪਾਂ ਜੁੜਦੇ ਹਾਂ। ਬਾਬਾ ਫਰੀਦ ਸਾਹਿਬ ਜੀ ਕਿਰਪਾ ਕਰ ਰਹੇ ਨੇ, ਦੇਖ
ਦੇਖਦਾ ਸਿੱਧਾ ਹੀ ਅਸੀਂ ਸਮਝ ਗਏ ਵੀ ਵੇਖਣਾ। ਫਰੀਦਾ, ਫਰੀਦਾ ਤੋਂ ਭਾਵ ਆਪਣੇ ਆਪ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ, ਦੇਖ ਫਰੀਦਾ ਜੋ ਥੀਆ। ਇਹਨੂੰ ਉਚਾਰਨ ਦੇ ਵਿੱਚ ਅਸੀਂ ਹੋੜਾ ਨਹੀਂ ਬੁਲਾਉਣਾ, ਕਿਉਂਕਿ ਜੱਜੇ ਨੂੰ ਔਂਕੜ ਲੱਗਿਆ ਹੈ। ਜਦੋਂ ਹੋੜਾ ਸ਼ਬਦ ਆਵੇ ਤੇ ਫਿਰ ਥੋੜਾ ਜਿਹਾ ਲਮਕਾ ਕੇ ਸ਼ਬਦ ਬੋਲੀਦਾ, ਜੋ ਕਹਿਣਾ ਹੁੰਦਾ ਹੈ। ਜੇ ਔਂਕੜ ਲੱਗਿਆ ਹੋਵੇ ਫਿਰ ਉਹਨੂੰ ਜਿਹੜਾ ਉਹ ਸ਼ਬਦ ਨੂੰ ਲਮਕਾਉਣਾ ਨਹੀਂ ਹੁੰਦਾ। ਇਹਦਾ ਮਤਲਬ ਹੋ ਗਿਆ ਕਿ ਦੇਖ ਫਰੀਦਾ ਜੋ ਥੀਆ। ਥੀਆ ਦਾ ਮਤਲਬ ਹੋ ਗਿਆ, ਜੋ ਕੁਝ ਹੋ ਗਿਆ, ਜੋ ਕੁਝ ਵਾਪਰ ਗਿਆ, ਉਹਨੂੰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਵੇਖ ਜਰਾ। ਤੇ ਅਗਲੀ ਗੱਲ ਵਿੱਚ ਕਹਿ ਰਹੇ ਨੇ ਵੀ ਕੀ ਵਾਪਰਿਆ, ਹੋਇਆ ਕੀ ਹੈ। ਕਹਿੰਦੇ ਦਾੜੀ ਹੋਈ ਭੂਰ। ਭੂਰ ਦਾ ਮਤਲਬ ਹੈ ਕਿ ਚਿੱਟੀ ਹੋ ਗਈ। ਇਹਦੇ ਅਰਥ ਹੋ ਗਿਆ ਕਿ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਦੇਖ ਜਰਾ ਝਾਤ ਮਾਰ ਕੇ ਕੀ ਹੋ ਗਿਆ। ਹੋਇਆ ਇਹ ਕਿ ਦਾੜੀ ਭੂਰ ਹੋ ਗਈ ਹੈ, ਤੇ ਜਿਹੜੀ ਭੂਰ ਹੋਈ ਚਿੱਟੀ ਹੋਈ ਦਾੜੀ ਹੈ ਕੁਝ ਕਹਿ ਰਹੀ ਹੈ। ਉਹ ਕੀ ਕਹਿ ਰਹੀ ਹੈ ਅਗਲੀ ਤੋਂ ਕੁਝ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਉਹ ਤੈਨੂੰ ਇਹ ਕਹਿ ਰਹੀ ਕਿ ਅੱਗੋਂ ਨੇੜਾ ਆਇਆ। ਅੱਗੋਂ ਦਾ ਮਤਲਬ ਹੋ ਗਿਆ ਬਿਲਕੁਲ ਇਹ ਕੰਢੇ ਤੇ ਪਹੁੰਚ ਗਿਆ ਹੁਣ ਮਨੁੱਖ। ਇਹਦਾ ਮਤਲਬ ਹੋ ਗਿਆ ਕਿ ਮੌਤ ਵਾਲਾ ਐਂਡ ਹੋਣ ਵਾਲਾ ਇਹਦਾ ਬੰਦੇ ਦਾ ਉਹ ਬਿਲਕੁਲ ਨੇੜੇ ਆ ਗਿਆ ਤੇ ਪਿੱਛਾ ਰਹਿਆ ਦੂਰ। ਪਿੱਛਾ ਦਾ ਮਤਲਬ ਹੁਣ ਜਨਮ, ਬਚਪਨਾ, ਜਵਾਨੀ ਉਹ ਸਾਰੀ ਦੂਰ ਰਹਿ ਗਈ, ਉਹ ਤੇ ਬਹੁਤ ਦੂਰ ਚਲੀ ਗਈ। ਅਰਥ ਹੋ ਗਿਆ ਕਿ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਜਰਾ ਝਾਤ ਮਾਰ ਕੇ ਵੇਖ ਜੀਵ ਕਿ ਹੋਇਆ ਕੀ ਕਿ ਦਾੜੀ ਭੂਰ ਹੋ ਗਈ, ਚਿੱਟੀ ਹੋ ਗਈ ਹੈ। ਸਮਾਂ ਅਗਲਾ ਮੌਤ ਵਾਲਾ ਨੇੜੇ ਆ ਗਿਆ ਤੇ ਜਿਹੜਾ ਜਨਮ ਸੀ, ਬਚਪਨਾ ਸੀ, ਜਵਾਨੀ ਸੀ, ਉਹ ਤੇ ਬਹੁਤ ਬਹੁਤ ਦੂਰ ਰਹਿ ਗਈ ਹੈ। ਇਹ ਹੋ ਗਏ ਦੇ ਆਖਰੀ ਅਰਥ। ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਇਹਦੀ ਵਿਆਖਿਆ ਦੇਖਣੀ ਹੈ। ਪਹਿਲੀ ਗੱਲ ਤੇ ਇਹ, ਜਦੋਂ ਬਾਬਾ ਫਰੀਦ ਸਾਹਿਬ ਜੀ ਹੁਣ ਕੋਈ ਕਹਿ ਸਕਦਾ ਵੀ ਭਾਈ ਸਾਹਿਬ ਇਹਦੇ 'ਚ ਬਾਬਾ ਫਰੀਦ ਸਾਹਿਬ ਕੀ ਕਹਿਣਾ ਚਾਹੁੰਦੇ, ਗੱਲ ਤਾਂ ਸਿਰਫ ਇੰਨੀ ਹੈ ਵੀ ਦਾੜੀ ਚਿੱਟੀ ਹੋ ਗਈ ਹੈ, ਸਮਾਂ ਨੇੜੇ ਆ ਗਿਆ, ਇੰਨੀ ਗੱਲ ਹੀ ਹੈ। ਸ਼ਲੋਕ ਵਿੱਚ ਤਾਂ ਇੰਨੀ ਕੀ ਹੈ ਨਾ, ਪਰ ਗੁਰਮੁਖੋ ਇੰਨੀ ਗੱਲ ਨਹੀਂ ਹੈ। ਤੁਸੀਂ ਦੇਖੋ ਜਦੋਂ ਆਪਾਂ ਦੀ ਵਿਆਖਿਆ ਕਰਾਂਗੇ ਕਿ ਬਾਬਾ ਫਰੀਦ ਸਾਹਿਬ ਕਹਿਣਾ ਕੀ ਚਾਹੁੰਦੇ। ਹੁਣ ਜਦੋਂ ਅਸੀਂ ਪਹਿਲਿਆਂ ਸਮਿਆਂ 'ਚ ਦੇਖਦੇ ਸੀ ਇੰਡੀਆ ਦੇ ਵਿੱਚ, ਇੱਥੇ ਚਲੋ ਇਹ ਘੱਟ ਚੀਜ਼ ਹੈ, ਇੰਡੀਆ 'ਚ ਆਪਾਂ ਦੇਖਦੇ ਸਾਂ ਕਿ ਜਦੋਂ ਬਾਬਾ ਫਰੀਦ ਸਾਹਿਬ ਦੇ ਸ਼ਲੋਕ ਆਉਂਦੇ ਸਨ ਤੇ ਕਹਿੰਦੇ ਸੀ ਚੰਗੀ ਆਵਾਜ਼ ਵਾਲਾ ਬਾਬਾ ਕੋਈ ਲਾਓ ਪਾਠ ਕਰਨ ਲਈ, ਤੇ ਸਾਰੇ ਲੋਕ ਸੁਣਦੇ ਹੁੰਦੇ ਸਨ ਬੜੇ ਧਿਆਨ ਨਾਲ। ਸਾਨੂੰ ਸਭ ਨੂੰ ਪਤਾ ਸਪੀਕਰ ਲੱਗ ਜਾਣਾ ਉਸ ਟਾਈਮ ਤੇ ਸਾਰਿਆਂ ਨੇ ਉਸ ਪਾਠ ਨੂੰ ਬੜਾ ਧਿਆਨ ਨਾਲ ਸੁਣਨਾ, ਕਿਉਂਕਿ ਇਹ ਜਿਹੜੇ ਬਾਬਾ ਫਰੀਦ ਸਾਹਿਬ ਦੇ ਸ਼ਲੋਕ ਨੇ ਨਾ ਬੜੇ ਠੇਠ ਪੰਜਾਬੀ ਵਿੱਚ, ਹਰੇਕ ਭਾਵੇਂ ਅਰਥ ਪੂਰੇ ਸਮਝ ਵਿੱਚ ਨਾ ਵੀ ਆਉਂਦੇ ਹੋਣ ਤਾਂ ਵੀ ਉਹ ਇੰਨੀ ਮਿੱਠੀ ਆਵਾਜ਼ ਪਿਆਰੀ ਬਾਬਾ ਫਰੀਦ ਸਾਹਿਬ ਦੇ ਸ਼ਲੋਕ ਜਦੋਂ ਕੰਨਾਂ 'ਚ ਪੈਂਦੇ ਆ। ਤੁਸੀਂ ਦੇਖਿਆ ਹੋਣਾ ਜਿਹੜੇ ਸਾਡੇ ਬਜ਼ੁਰਗ ਨੇ, ਚਾਹੇ ਸਾਡੀਆਂ ਮਾਵਾਂ ਨੇ, ਚਾਹੇ ਸਾਡੇ ਪਿਤਾ ਸਮਾਨ ਜਿਹੜੇ ਬਜ਼ੁਰਗ ਨੇ, ਉਹਨਾਂ ਨੂੰ ਤੁਸੀਂ ਦੇਖਿਆ ਹੋਣਾ ਕਈ ਸ਼ਬਦ ਬਾਬਾ ਫਰੀਦ ਸਾਹਿਬ ਦੇ ਸ਼ਲੋਕ ਜ਼ੁਬਾਨੀ ਬੋਲ ਜਾਂਦੇ ਸਨ। ਬਹੁਤ ਸ਼ਬਦ ਜ਼ੁਬਾਨੀ ਉਹਨਾਂ ਨੂੰ ਕੰਠ ਹੁੰਦੇ ਸੀ, ਕਿਉਂਕਿ ਸੁਣ ਕੇ ਉਹਨਾਂ ਭਾਵੇਂ ਕਿ ਉਹਨਾਂ ਨੂੰ ਠੀਕ ਹੈ ਕਿ ਲਗਾ ਮਾਤਰਾ ਦਾ ਕਈ ਵਾਰ ਸਾਫ਼ ਨਹੀਂ ਹੁੰਦਾ, ਭਾਵੇਂ ਗਲਤ ਵੀ ਬੋਲ ਜਾਂਦੇ ਸਨ, ਪਰ ਉਹਨਾਂ ਦੇ ਉਹ ਕਹਿ ਲਓ ਇੰਨੀ ਅੰਦਰ ਪਕੜ ਬਣਦੀ ਸੀ ਕਿ ਬਾਬਾ ਫਰੀਦ ਸਾਹਿਬ ਦੇ ਸ਼ਲੋਕਾਂ ਨੂੰ ਸੁਣਦੇ ਸਨ ਤੇ ਉਹਨਾਂ ਨੂੰ ਮਨ ਵਿੱਚ ਬਾਰ-ਬਾਰ ਪੜ੍ਹਦੇ ਵੀ ਸਨ। ਮੈਂ ਜਿਹੜੀ ਬੇਨਤੀ ਕਰਨ ਲੱਗਿਆ ਕਿ ਦੇਖੋ ਹੁਣ ਵੇਖਣ ਨੂੰ ਲੱਗਦਾ ਕਿ ਬਾਬਾ ਫਰੀਦ ਸਾਹਿਬ ਕਹਿ ਰਿਹਾ ਹੈ ਕਿ ਫਰੀਦਾ ਦਾੜੀ ਚਿੱਟੀ ਹੋ ਗਈ ਹੈ, ਸਮਾਂ ਨੇੜੇ ਆ ਗਿਆ ਹੈ, ਮੌਤ ਵਾਲਾ ਪਿੱਛਾ ਬਣਨਾ ਜਿਹੜਾ ਸੀ ਉਹ ਦੂਰ ਰਹਿ ਗਿਆ। ਮੈਂ ਬੇਨਤੀ ਕਰਨ ਲੱਗਿਆ ਜਦੋਂ ਕੋਈ ਇਹ ਕਹੇਗਾ ਤੇ ਹੋ ਸਕਦਾ ਕਿਸੇ ਦੀ 20 ਸਾਲ ਦੀ ਉਮਰ ਵਿੱਚ ਹੀ ਕੇਸ ਚਿੱਟੇ ਹੋ ਜਾਣ। ਜੇ ਕਿਸੇ ਨੂੰ ਕੋਈ ਆਮ ਅਸੀਂ ਦੇਖਦੇ ਆ ਨਾ ਕਈ ਬੱਚਿਆਂ ਨੂੰ ਇਸ ਤਰ੍ਹਾਂ ਦੀ ਕੋਈ ਔਰ ਹੁੰਦੀ ਹੈ, ਕੋਈ ਬਿਮਾਰੀ ਹੁੰਦੀ ਹੈ, ਕਿਸੇ ਚੀਜ਼ ਦੀ ਡਾਕਟਰ ਘਾਟ ਮੰਨਦੇ ਨੇ ਉਸ ਨੂੰ ਵੀ ਇਹਨੂੰ ਫਲਾਨੀ ਚੀਜ਼ ਦੀ ਘਾਟ ਹੈ, ਉਹਨਾਂ ਦੇ ਜਵਾਨੀ ਵਿੱਚ ਕਈ ਵਾਰ ਕੇਸ ਜਾਂ ਚਿੱਟੇ ਹੋ ਜਾਂਦੇ ਆ ਤੇ ਕਈਆਂ ਦੇ ਕਿੰਨੀ ਉਮਰ ਵਿੱਚ ਜਾ ਕੇ ਵੀ ਜਿਹੜੇ ਚਿੱਟੇ ਨਹੀਂ ਹੁੰਦੇ। ਇੱਥੇ ਅਰਥ ਇਹ ਨਹੀਂ ਅਸੀਂ ਲੈ ਲੈਣੇ ਕਿ ਬਾਬਾ ਫਰੀਦ ਸਾਹਿਬ ਕਹਿੰਦੇ ਦਾੜੀ ਚਿੱਟੀ ਹੋ ਗਈ ਤੇ ਜੇ 20 ਸਾਲਾਂ ਦੀ ਉਮਰ 'ਚ ਚਿੱਟੀ ਹੋ ਗਈ ਇਹਦਾ ਮਤਲਬ ਆ ਕਿ ਉਹ ਬੰਦੇ ਨੂੰ ਮੌਤ ਨੇੜੇ ਆ ਗਈ ਉਹਦੀ। ਇੱਥੇ ਇਹਦੇ ਅਰਥ ਉਹ ਨਹੀਂ ਲੈਣੇ। ਇੱਥੇ ਅਰਥ ਅਸੀਂ ਉਹ ਲੈਣੇ ਜਿਹੜੇ ਬਾਬਾ ਫਰੀਦ ਸਾਹਿਬ ਕਹਿੰਦੇ ਆ ਕਿ ਮੌਤ ਵਾਲਾ ਸਮਾਂ ਜਿਹੜਾ ਹੈ ਨਾ ਬਿਲਕੁਲ ਤੂੰ ਜੀਵ ਕੰਢੇ ਤੇ ਆ ਗਿਆ। ਕਿਉਂਕਿ ਪਿਛਲਾ ਸ਼ਲੋਕ ਜਿਹੜਾ ਸੀ ਵਿਚਾਰਿਆ ਸੀ ਉਹਦੇ 'ਚ ਬਾਬਾ ਫਰੀਦ ਸਾਹਿਬ ਨੇ ਕਿਹਾ ਸੀ ਕਿ ਫਰੀਦਾ ਜਾ ਤੋਂ ਖੱਟਣ ਵੇਰ ਤਾਂ ਤੂੰ ਰੱਤਾ ਦੁਨੀ ਸਿਉ। ਉਹ ਸੀ ਜਵਾਨੀ ਦੀ ਗੱਲ। ਜਾਂ ਤੋਂ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਉ ਮਰਗ ਸਵਾਈ ਨੀ ਜਾਂ ਭਰਿਆ ਤਾਂ ਲੱਦਿਆ। ਉਹਦਾ ਅਰਥ ਹੀ ਹੋ ਗਿਆ ਸੀ ਕਿ ਮੌਤ ਜਿਹੜੀ ਉਹ ਨੀ ਉਹਦੀ ਪੱਕੀ ਹੁੰਦੀ ਜਾ ਰਹੀ। ਅੱਜ ਵਾਲੇ ਸ਼ਲੋਕ ਵਿੱਚ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਝਾਤ ਮਾਰ ਕੇ ਦੇਖ ਦਾੜੀ ਚਿੱਟੀ ਹੋ ਗਈ ਹੈ ਬੰਦਿਆਂ ਤੋਂ ਅਜੇ ਤੱਕ ਹੁਣ ਕੀ ਕੀਤਾ ਹੈ। ਇਹਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਦੇਖਣਾ ਵੀ ਕੀ ਕਹਿਣਾ ਚਾਹੁੰਦੇ ਬਾਬਾ ਫਰੀਦ ਸਾਹਿਬ ਜੀ। ਭਗਤ ਕਬੀਰ ਸਾਹਿਬ ਦਾ ਇੱਕ ਸ਼ਬਦ ਦੀ ਵਿਆਖਿਆ ਕਰੇਗਾ।
ਉਹ ਕਹਿੰਦੇ 12 ਵਰਸ਼ ਬਾਲਪਨ ਬੀਤੇ, ਪਿੱਛਾ ਰਹਿਆ ਦੂਰ, ਦਾੜੀ ਹੋਈ ਪੂਰ। ਹੁਣ ਦੇਖੋ ਕੀ ਹੈ, 12 ਵਰਸ਼ ਬਾਲਪਨ ਬੀਤੇ, 20 ਵਰਸ਼ ਕਛ ਤਪ ਨਾ ਕੀਓ। 12 ਸਾਲ ਦੀ ਉਮਰ ਸੀ, ਕਹਿੰਦੇ ਅਣਜਾਣਪੁਣਾ ਸੀ, ਬਚਪਨਾ ਸੀ, ਇਹ ਤਾਂ ਅਣਜਾਣਿਆਂ ਵਾਲੀ ਉਮਰ ਸੀ, ਜਿਹਨੂੰ ਅਸੀਂ ਨਿਆਣਾ ਕਹਿ ਦਿੰਦੇ, ਅਣਜਾਣਪੁਣਾ। ਭਗਤ ਕਬੀਰ ਸਾਹਿਬ ਜੀ ਕਹਿੰਦੇ 12 ਵਰਸ਼ ਬਾਲਪਨ ਬੀਤੇ, 20 ਵਰਸ਼ ਕਛ ਤਪ ਨਾ ਕੀਓ। 12 ਤੇ 20 ਕਿੰਨੇ ਹੋ ਗਏ? 32 ਹੋ ਗਏ ਨਾ ਜੀ। ਅੱਗੇ ਬਾਬਾ ਫਰੀਦ ਸਾਹਿਬ ਕਬੀਰ ਸਾਹਿਬ ਕਹਿੰਦੇ 30 ਵਰਸ਼ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਭਇਓ। 32 ਤੇ 30 ਕਿੰਨੇ ਹੋ ਗਏ? 62 ਹੋ ਗਏ ਨਾ। ਦਾੜੀ ਹੋਈ ਭੂਰ। ਇਹ ਹੈ ਜੋ ਬਾਬਾ ਫਰੀਦ ਸਾਹਿਬ ਕਹਿ ਰਹੇ ਨੇ, ਕਿ ਜਿਹਨੂੰ ਕਬੀਰ ਸਾਹਿਬ ਕਹਿੰਦੇ 12 ਵਰਸ਼ ਬਾਲਪਨ ਬੀਤੇ, 20 ਵਰਸ਼ ਕਛ ਤਪ ਨਾ ਕੀਓ, 30 ਵਰਸ਼ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਭਇਓ। ਮੇਰੀ ਮੇਰੀ ਕਰਤੇ ਜਨਮ ਗਇਓ, ਸਾਇਰ ਸ਼ੋਕ ਭੁਜੰਗ ਬਲਿਓ। ਕਬੀਰ ਸਾਹਿਬ ਕਹਿੰਦੇ ਹੁਣ ਸਰੋਵਰ ਸੁੱਕ ਗਿਆ ਹੈ, ਜ਼ਿੰਦਗੀ ਦਾ ਜਿਹੜਾ ਸਰੋਵਰ ਸੀ ਨਾ ਉਹ ਸੁੱਕ ਚੁੱਕਿਆ ਹੈ। ਬਲ ਜਿਹੜਾ ਬਾਹਾਂ ਦਾ ਬਲ ਸੀ ਉਹ ਖਤਮ ਹੋ ਗਿਆ ਹੈ। ਸਾਇਰ ਸੋਗ ਭੁਜੰਗ ਬਲਿਓ। ਭਗਤ ਕਬੀਰ ਸਾਹਿਬ ਕਹਿੰਦੇ ਸੂਕੈ ਸਰਵਰ ਪਾਲ ਬੰਧਾਵੈ, ਦਾੜੀ ਹੋਈ ਭੂਰ। ਹੁਣ ਦਾੜੀ ਪੂਰ ਚਿੱਟੀ ਹੋ ਗਈ। ਹੁਣ ਕਹਿੰਦਾ ਵੀ ਲਿਆਓ ਮੈਨੂੰ, ਮੈਂ ਪਾਠ ਨਾ ਕਰ ਲਾ, ਗੁਟਕਾ ਫੜ ਕੇ ਬਹਿੰਦਾ, ਕਹਿੰਦਾ ਰੱਖ ਦੇ ਪਰਾਂ, ਮੇਰੇ ਤੋਂ ਨਹੀਂ ਪੜਿਆ ਜਾਣਾ। ਕਿਉਂ ਨਹੀਂ ਪੜਿਆ ਜਾਣਾ? ਕਿਉਂਕਿ ਜਦੋਂ ਖੱਟਣ ਵੇਲ ਸੀ ਉਦੋਂ ਖੱਟਿਆ ਕੁਝ ਨਾ, ਜਦੋਂ ਖੱਟਣ ਦਾ ਸਮਾਂ ਸੀ, ਪਿਛਲਾ ਸ਼ਲੋਕ ਨਾਰ ਲਾ ਕੇ ਚੱਲੀਏ ਤੇ ਅਰਥ ਬੜੇ ਸੌਖੇ ਹੋ ਜਾਂਦੇ ਆ। ਜਦੋਂ ਟਾਈਮ ਸੀ ਉਦੋਂ ਬੰਦੇ ਨੇ ਕੱਢ ਦਿੱਤਾ, ਹੋਰ ਚੱਕਰਾਂ ਵਿੱਚ ਹੀ ਪੈ ਗਏ। ਤੇ ਹੁਣ ਜਦੋਂ ਟਾਈਮ ਨਹੀਂ ਰਿਹਾ, ਦਾੜੀ ਭੂਰ ਹੋ ਗਈ ਹੈ, ਹੁਣ ਕਹਿੰਦਾ ਲਿਆਓ ਕੁਝ ਕਰਾਂ। ਹੁਣ ਤੇ ਬਰਤਨ ਵੀ ਨਹੀਂ ਫੜਿਆ ਜਾਂਦਾ, ਜਾ ਕੇ ਲੰਗਰ ਵਿੱਚ ਵੀ ਭਾਂਡੇ ਮਾਂਜ ਲਏਗਾ। ਹੁਣ ਝਾੜੂ ਵੀ ਫੜਿਆ ਜਾਣਾ ਜਾ ਕੇ, ਕਿਉਂਕਿ ਲੱਕ ਕੁੱਬਾ ਹੁੰਦਾ, ਦਰਦ ਹੁੰਦੀ ਹੈ। ਹੁਣ ਤਾਂ ਜੇ ਹੱਥ ਵਿੱਚ ਗੁਟਕਾ ਫੜੇਗਾ ਤਾਂ 2 ਅੱਖਰ ਪੜੇਗਾ, ਕਹਿੰਦਾ ਰੱਖ ਦੇ ਪਾਣੀ, ਅੱਖਾਂ 'ਚ ਵਗਣ ਲੱਗ ਪਿਆ ਹੈ। ਆਹ ਹੈ ਜੋ ਬਾਬਾ ਫਰੀਦ ਸਾਹਿਬ ਸਾਨੂੰ ਕਹਿ ਰਹੇ ਨੇ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੂਕੈ ਸਰਵਰ ਪਾਲ ਬੰਧਾਵੈ, ਲੁਣੇ ਖੇਤ ਹੱਥ ਵਾਰ ਕਰੈ, ਆਇਓ ਚੋਰ ਤੁਰੰਤ ਲੈ ਗਿਓ, ਮੇਰੀ ਰਾਖਤ ਮੁਗਧ ਫਿਰੈ, ਚਰਨ ਸੀਸ ਕਰ ਕੰਪਣ ਲਾਗੈ, ਦਾੜੀ ਹੋਈ ਭੂਰ। ਇਹ ਹੈ ਜੋ ਬਾਬਾ ਫਰੀਦ ਸਾਹਿਬ ਕਹਿ ਰਹੇ ਨੇ। ਚਰਨ ਸੀਸ ਕਰ ਕੰਪਣ ਲਾਗੇ, ਨੈਣੀ ਨੀਰ ਅਸਾਰ ਵੈ, ਜੇਵਾ ਬਚਨ ਸ਼ੁੱਧ ਨਹੀਂ ਨਿਕਸੇ, ਤਬਲੇ ਧਰਮ ਕੀ ਆਸ ਕਰੇ। ਹੁਣ ਕਹਿੰਦਾ ਮੈਂ ਧਰਮ ਕਮਾ ਲਵਾਂ, ਹੁਣ ਤੇ ਗੱਲ ਬਹੁਤ ਔਖੀ ਹੋ ਜਾਣੀ ਹੈ। ਇਹਨੂੰ ਮੈਂ ਨਿਰਾਸ਼ਤਾ ਵਿੱਚ ਨਹੀਂ ਲਿਜਾਵਾਂਗਾ, ਕਿਉਂਕਿ ਬਾਬਾ ਫਰੀਦ ਸਾਹਿਬ ਦੇ ਅਗਲੇ ਸ਼ਲੋਕਾਂ 'ਚ ਜ਼ਿਕਰ ਜਾ ਕੇ ਆ ਜਾਣਾ ਅੱਗੇ ਸਾਰਾ ਹੀ, ਵੀ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋਈ ਚਿੱਤ ਕਰੇ। ਉਹ ਵੀ ਅੱਗੇ ਬਚਨ ਚੱਲ ਕੇ ਆਉਣੇ ਨੇ। ਮੈਂ ਸਿਰਫ ਅੱਜ ਜਿਹੜਾ ਆਪਣਾ ਫੋਕਸ ਰਹਿਣਾ ਵਿਚਾਰ ਦਾ, ਉਹ ਸਿਰਫ ਤੇ ਸਿਰਫ ਇਸ ਗੱਲ ਉੱਤੇ ਰਹਿਣਾ ਕਿ ਦਾੜੀ ਹੋਈ ਭੂਰ। ਤੇ ਦਾੜੀ ਭੂਰ ਦਾ ਕੀ ਮਤਲਬ ਹੈ? ਕਿਉਂ ਬਾਬਾ ਫਰੀਦ ਸਾਹਿਬ ਕਹਿੰਦੇ ਕਿ ਜਿਹੜੀ ਚਿੱਟੀ ਦਾੜੀ ਹੋ ਗਈ ਹੈ, ਅੱਗਾ ਬਿਲਕੁਲ ਨੇੜੇ ਆ ਗਿਆ, ਬੰਦਿਆਂ ਤੋਂ ਸੁੱਤਾ ਕਿੱਥੇ ਪਿਆ। ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਹੋਰ ਦੇਖੀਏ, ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਨੇ ਪੈਰਿਆਂ ਦੇ ਸਿਰਲੇਖ ਹੇਠ ਬਾਣੀ ਉਚਾਰਨ ਕੀਤੀ ਹੈ। ਪੈਰਿਆਂ ਦਾ ਮਤਲਬ ਹੁੰਦਾ ਹੈ ਜਿਵੇਂ ਅਸੀਂ ਕਹਿੰਦੇ ਦਿਨ ਦੇ 4 ਪਹਿਰ ਤੇ ਰਾਤ ਦੇ ਵੀ 4 ਪਹਿਰ। ਉਹ 4 ਪਹਿਰਾਂ ਵਿੱਚ ਮਹਾਰਾਜ ਨੇ ਇੱਕ ਇੱਕ ਪਹਿਰ ਦੇ ਵਿੱਚ ਬਾਣੀ ਨੂੰ ਉਚਾਰਨ ਕੀਤਾ ਹੈ। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਭਾਸ ਸੇ ਪਹਿਲਾ ਪਹਿਰ। ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ ਗਿਆ। ਤੀਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਮਾ ਧਨ ਜੋਬਨ ਸੋ ਚਿੱਤ ਗਿਆ। ਉਹ 3 ਪਹਿਰਾਂ ਦੀ ਗੱਲ ਸੀ, ਕਿਉਂਕਿ ਆਪਣਾ ਜਿਹੜਾ ਪ੍ਰਕਰਨ ਚੱਲਦਾ ਉਹ ਅੱਜ ਦਾੜੀ ਹੋਈ ਭੂਰ ਤੇ ਚੌਥਾ ਪਹਿਰੇ ਤੇ ਢੁਕੇਗਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਲਾਵੀ ਆਇਆ ਖੇਤ। ਲਾਵੀ ਦਾ ਮਤਲਬ ਹੁੰਦਾ ਲਾਵੇ, ਆਪਾਂ ਸਮਝ ਗਏ ਨਾ, ਜਿਹਨੂੰ ਸੌਖੇ ਸ਼ਬਦਾਂ 'ਚ ਕਹਿ ਲਓ ਕਿ ਕਣਕ ਵੱਢਣ ਵਾਸਤੇ, ਫਸਲ ਵੱਢਣ ਵਾਸਤੇ ਕਾਮੇ, ਜਦੋਂ ਆਪਾਂ ਕਹਿੰਦੇ ਹਾਂ ਕੰਮ ਕਰਨ ਵਾਲੇ, ਉਹਨੂੰ ਵੱਢਣ ਵਾਸਤੇ ਜੋ ਲਿਆਂਦੇ ਜਾਂਦੇ ਆ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਲਾਵੀ ਆਇਆ ਖੇਤ, ਜਾਂ ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ, ਕਿਸੇ ਦਾ ਮਿਲਿਆ ਭੇਦ। ਭੇਦ ਚੇਤ ਹਰ ਕਿਸੇ ਦਾ ਮਿਲਿਓ, ਜਾਂ ਜਮ ਪਕੜ ਚਲਾਇਆ, ਝੂਠਾ ਰੁਦਨ ਹੁਆ ਦੁਆਰੇ, ਖਿਨ ਮੈਂ ਭਇਆ ਪਰਾਇਆ, ਸਾਈ ਵਸਤ ਪ੍ਰਾਪਤ ਹੋਈ। ਉਹ ਸਾਈ ਵਸਤ ਜਿਹੜੀ ਬਾਬਾ ਫਰੀਦ ਸਾਹਿਬ ਕਹਿੰਦੇ ਨਾ ਕਿ ਹੁਣ ਦਾੜੀ ਭੂਰ ਹੋ ਗਈ ਹੈ ਤੇ ਤੇਰੇ ਕੋਲੇ ਵਸਤੂ ਕਿਹੜੀ ਹੈ ਜਿਹੜੀ ਅੱਗੇ ਲੈ ਕੇ ਚੱਲਿਆ, ਉਹਨੂੰ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਸਾਈ ਵਸਤ ਪ੍ਰਾਪਤ ਹੋਈ। ਜਿਸ ਲਾਇਆ ਹੇਤ ਕਹੋ ਨਾਨਕ ਪ੍ਰਾਣੀ, ਚੌਥੇ ਪਹਿਰੇ ਲਾਵੀ ਲੁਣਿਆ ਖੇਤ। ਉਹ ਜਦੋਂ ਪੱਕ ਜਾਂਦੀ ਫਸਲ ਗੁਰਮੁਖੋ ਕੱਟੀ ਜਾਣੀ ਹੈ। ਤੇ ਜੇ ਕੋਈ ਬੰਦਾ ਕਵੇ ਜੀ ਮੇਰੀ ਆਪਣੀ ਮਰਜ਼ੀ ਹੈ, ਫਸਲ ਮੇਰੀ ਮੈਂ ਨਹੀਂ ਵੱਢਦਾ, ਤੇ ਕੁਦਰਤ ਦਾ ਇੱਕ ਨਿਯਮ ਹੈ, ਜੇ ਤੂੰ ਫਸਲ ਨੂੰ ਨਾ ਕੱਟੇਗਾ ਨਾ ਵੱਢੇਗਾ ਨਾ, ਕੁਦਰਤ ਦਾ ਇੱਕ ਕਾਨੂੰਨ ਹੈ, ਉਹਦਾ ਨਿਯਮ ਬਣਿਆ ਹੋਇਆ ਹੈ ਕਿ ਜਦੋਂ ਫਸਲ ਬਿਲਕੁਲ ਪੱਕ ਕੇ ਤਿਆਰ ਹੋ ਗਈ, ਤੂੰ ਨਾ ਵੀ ਕੱਟੇਗਾ, ਆਖਿਰਕਾਰ ਉਹ ਡਿੱਗ ਪੈਣਾ ਹੈ, ਖਤਮ ਉਹਨੇ ਫਿਰ ਵੀ ਹੋ ਜਾਣਾ ਹੈ, ਉਹ ਕਿਸੇ ਕੰਮ ਨਹੀਂ ਆਏਗੀ। ਇਹੋ ਕਹਿ ਲਓ ਕੋਈ ਦਰਖਤ ਕਵੇ ਕਿ ਮੈਂ ਪੱਤਾ ਆਪਣੇ ਤੋਂ ਜਾਣ ਨਹੀਂ ਦੇਣਾ,
ਜਿੰਨਾ ਮਰਜੀ ਜ਼ੋਰ ਲਾ ਲਵੇ ਦਰਖਤ, ਜਦੋਂ ਪੱਤ ਝੜ ਆਉਣੀ ਹੈ ਦਰਖਤ ਉਹਨੂੰ ਨਹੀਂ ਰੱਖ ਸਕਦਾ, ਜਿੰਨਾ ਮਰਜੀ ਉਹ ਜ਼ੋਰ ਲਾ ਲਵੇ। ਆਖਰ ਉਸ ਪੱਤੇ ਨੂੰ ਡਿੱਗਣਾ ਹੀ ਪੈਣਾ ਜ਼ਮੀਨ ਦੇ ਉੱਤੇ। ਬਾਬਾ ਫਰੀਦ ਸਾਹਿਬ ਇਹ ਅੱਜ ਕਹਿ ਰਹੇ ਨੇ ਕਿ ਦਾੜੀ ਭੂਰ ਹੋ ਗਈ ਹੈ, ਚਿੱਟੀ ਦਾੜੀ ਹੋ ਗਈ ਬੰਦਿਆ। ਹੁਣ ਜਿਹੜਾ ਝਾਤ ਮਾਰ ਕੇ ਦੇਖ ਤੂੰ ਖੜਾ ਕਿੱਥੇ ਹੈ। ਜਿਹਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਮਹਾਰਾਜ ਕਹਿੰਦੇ ਹੈ ਕਾਲੀ ਹੂੰ ਫੁਨ ਧੌਲੇ ਆਏ। ਇਹ ਗੁਰੂ ਨਾਨਕ ਦੇਵ ਜੀ ਦੇ ਮਾਰੂ ਰਾਗ ਵਿੱਚ ਸ਼ਬਦ ਨੇ। ਕਾਲੀ ਹੂੰ ਫੁਨ ਧੌਲੇ ਆਏ, ਬਿਨ ਨਾਮੈ ਗੱਥ ਗਿਆ ਗਵਾਏ। ਗੱਥ ਮੈਨੇ ਹੁੰਦਾ ਹੈ ਵਸਤੂ। ਮਹਾਰਾਜ ਕਹਿੰਦੇ ਨੇ ਕਿ ਕਾਲੀ ਹੂੰ ਫੁਨ ਧੌਲੇ ਆਏ, ਬਿਨ ਨਾਮੈ ਗੱਥ ਗਿਆ ਗਵਾਏ। ਦੁਰਮਤ ਅੰਧਲਾ ਬਿਰਸ ਬਨਾਸੈ, ਮੂਠੇ ਰੋਏ ਪੁਕਾਰਾ ਹੈ। ਮਹਾਰਾਜ ਕਹਿੰਦੇ ਉਹਨੂੰ ਠੱਗਿਆ ਗਿਆ, ਹੁਣ ਪੁਕਾਰਦਾ ਰੋਂਦਾ, ਹੁਣ ਕੀ ਪੱਲੇ ਪਏਗਾ। ਜਿਹਨੂੰ ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ। ਇਹ ਹੈ ਦਾੜੀ ਹੋਈ ਭੂਰ। ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ। ਕਹੋ ਨਾਨਕ ਨਰ ਬਾਬਰੈ, ਕਿਉਂ ਨਾ ਭਜੈ ਭਗਵਾਨ। ਜਿਹਨੂੰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਸਿਰ ਕੰਪਿਓ ਪੱਗ ਡਗਮਗੈ, ਦਾੜੀ ਹੋਈ ਭੂਰ। ਇਹ ਹੈ ਜੋ ਬਾਬਾ ਫਰੀਦ ਸਾਹਿਬ ਕਹਿ ਰਹੇ ਸਾਨੂੰ। ਦੇਖ ਫਰੀਦਾ ਜੋਤੀਆ, ਦਾੜੀ ਹੋਈ ਭੂਰ। ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਸਿਰ ਕੰਪਿਓ ਪੱਗ ਡਗਮਗੇ, ਨੈਣ ਜੋਤ ਤੇ ਹੀਨ। ਕਹੋ ਨਾਨਕ ਇਹ ਬਿਦ ਭਈ ਫਰੀਦਾ, ਦਾੜੀ ਹੋਈ ਭੂਰ। ਕਹੋ ਨਾਨਕ ਇਹ ਬਿਦ ਭਈ, ਤਉ ਨ ਹਰ ਰਸ ਲੀਨ। ਅਜੇ ਵੀ ਤੂੰ ਉਸ ਬੰਨੇ ਨਹੀਂ ਤੁਰਿਆ। ਮੈਨੂੰ ਖਿਮਾ ਕਰਿਓ, ਅੱਜ ਦੇ ਕੋਈ ਸ਼ਬਦ ਹੋ ਸਕਦਾ ਮੇਰੇ ਕਹਿਣ ਵਿੱਚ ਕੋਈ ਫਰਕ ਪੈ ਸਕਦਾ, ਪਰ ਮੇਰੀ ਭਾਵਨਾ ਗਲਤ ਨਹੀਂ ਹੋਏਗੀ। ਕਈ ਵਾਰ ਕਿਉਂਕਿ ਸ਼ਬਦ ਨਹੀਂ ਸਮਝ ਜਦੋਂ ਪਕੜ 'ਚ ਨਹੀਂ ਆਉਂਦੇ, ਉਹਨੂੰ ਹੋਰ ਰੂਪ 'ਚ ਨਾ ਲੈ ਜਾਣਾ। ਜਦੋਂ ਮਨੁੱਖ ਬਚਪਨੇ ਵਿੱਚ ਹੋਵੇ, ਗਲਤੀ ਕਰ ਲਵੇ, ਕਹਿੰਦੇ ਚਲੋ ਬੱਚਾ ਸੀ, ਪਰ ਜੋਬਨ 'ਚ ਬੰਦਾ ਗਲਤੀ ਕਰੇ, ਫਿਰ ਥੋੜੀ ਜਿਹੀ ਠੋਕਰ ਮਾਰਦੇ ਆ, ਕਹਿੰਦੇ ਦਾੜੀ ਤੇਰੇ ਮੂੰਹ ਤੇ ਆ ਗਈ, ਸ਼ਰਮ ਕਰ ਦੋ। ਮੈਂ ਪਹਿਲਾਂ ਕਿਹਾ ਮੇਰੀ ਭਾਵਨਾ ਗਲਤ ਨਹੀਂ ਹੈ, ਪਰ ਸ਼ਬਦ ਕਹਿਣ 'ਚ ਹੋ ਸਕਦਾ ਕਈ ਵਾਰ ਠੀਕ ਨਾ ਕਿਸੇ ਨੂੰ ਲੱਗਣ, ਪਰ ਮੈਂ ਜੋ ਕਹਿਣਾ ਚਾਹੁੰਦਾ ਤੁਸੀਂ ਉਸ ਗੱਲ ਨੂੰ ਸਮਝ ਲਿਓ ਜੀ। ਅਗਲੇ ਕਹਿੰਦੇ ਆ ਵੀ ਹੁਣ ਤਾਂ ਦਾੜੀ ਮੂੰਹ ਤੇ ਆ ਗਈ ਆ, ਹੁਣ ਤੇ ਇਦਾਂ ਨਾ ਕਰ ਜੋ ਗਲਤ ਕੰਮ ਕਰਦਾ ਹੈ। ਤੇ ਜਦੋਂ ਮਨੁੱਖ ਤੀਸਰੀ ਅਵਸਥਾ 'ਚ ਚਲਿਆ ਜਾਂਦਾ ਹੈ, ਬਜ਼ੁਰਗ ਹੋ ਜਾਂਦਾ, ਚਿੱਟੀ ਦਾੜੀ ਹੋ ਜਾਏ, ਫਿਰ ਲੋਕੀ ਮਾੜੀ ਗੱਲ ਨਹੀਂ, ਫਿਰ ਇਹ ਨਹੀਂ ਕਹਿੰਦੇ ਵੀ ਬੱਚਾ ਸੀ, ਫਿਰ ਇਹ ਨਹੀਂ ਕਹਿੰਦੇ ਸ਼ਰਮ ਕਰ ਦੋ, ਫਿਰ ਕਹਿੰਦੇ ਤੂੰ ਸਾਰੀ ਸ਼ਰਮ ਲਾ ਦਿੱਤੀ। ਇਹਦਾ ਮਤਲਬ ਹੋ ਗਿਆ ਵੀ ਇਸ ਅਵਸਥਾ 'ਚ ਜਾ ਕੇ ਵੀ ਉਹ ਦਾੜੀ ਭੂਰ ਹੋ ਗਈ। ਫਿਰ ਬੰਦਾ ਕਹਿੰਦਾ ਘੱਟੋ ਘੱਟ ਚਿੱਟੀ ਦਾੜੀ ਦੀ ਸ਼ਰਮ ਤਾਂ ਕਰ ਦੋ। ਮੈਂ ਪਹਿਲਾਂ ਕਿਹਾ ਵੀ ਸ਼ਬਦ ਕਹਿਣ 'ਚ ਮੇਰੇ ਹੋ ਸਕਦਾ ਕਿ ਤੁਹਾਨੂੰ ਗਲਤ ਲੱਗਣ, ਪਰ ਮੇਰੀ ਭਾਵਨਾ ਗਲਤ ਨਹੀਂ। ਮੈਂ ਤਾਂ ਕਹਿ ਰਿਹਾ ਜਦੋਂ ਚਿੱਟੀ ਦਾੜੀ ਹੋ ਜਾਏ ਬੰਦੇ ਨੂੰ ਘੱਟੋ ਘੱਟ ਅੰਦਰ ਝਾਤ ਮਾਰ ਕੇ ਵੇਖਣੀ ਚਾਹੀਦੀ ਹੈ ਵੀ ਕੀ ਕਹਿ ਰਹੀ ਹੈ। ਮੈਨੂੰ ਇੱਕ ਜੋ ਗੱਲ ਵਿੱਚੋਂ ਆ ਗਈ, ਭਾਵੇਂ ਬਾਬਾ ਫਰੀਦ ਸਾਹਿਬ ਨਾਲ ਜੋੜਦੇ ਨੇ ਕਈ, ਪਰ ਹੈ ਬਾਬਾ ਫਰੀਦ ਸਾਹਿਬ ਨਾਲ ਨਹੀਂ। ਉਹ ਉਤਰਾ ਹੀ ਕਿਸੇ ਮਹਾਤਮਾ ਨਾਲ ਜੁੜੀ ਹੋਈ ਹੈ, ਪਤਾ ਨਹੀਂ ਉਹਦੀ ਕਿਹੜੇ ਮਹਾਤਮਾ ਨਾਲ, ਸਿਰਫ ਉਹਦੀ ਕਹਾਣੀ ਹੈ। ਆਮ ਤੌਰ ਤੇ ਵਿਦਵਾਨ ਸੁਣਾਉਂਦੇ ਹੁੰਦੇ ਆ ਕਿ ਕੋਈ ਵੇਸ਼ਵਾ ਲੰਘ ਰਹੀ ਸੀ, ਰੋਜ਼ ਲੰਘਣਾ ਉਹਨੇ ਇੱਕ ਬਜ਼ੁਰਗ ਦੇ ਕੋਲ, ਉਹਨੂੰ ਸਾਧੂ ਕਹਿ ਲਓ, ਮਹਾਤਮਾ ਕਹਿ ਲਓ, ਫਕੀਰ ਕਹਿ ਲਓ, ਸਾਈਂ ਕਹਿ ਲਓ, ਕੁਝ ਵੀ ਕਹਿ ਲਓ। ਉਹਦੇ ਰੋਜ਼ ਇਉਂ ਕਹਿ ਲਓ ਕਿ ਬੂਹੇ ਥਾਣੀ ਲੰਘਦੀ ਜਾਂ ਕੁਟੀਆਂ ਥਾਣੀ ਕਹਿ ਲਓ ਵੀ ਲੰਘਦੀ ਸੀ। ਤੇ ਜਦੋਂ ਲੰਘਦੀ ਸੀ ਤੇ ਉਹ ਇੱਕ ਗੱਲ ਕਹਿੰਦੀ ਸੀ, ਫਕੀਰਾ ਇਹ ਦੱਸ ਵੀ ਮੇਰਾ ਕੁੱਤੇ ਦੀ ਪੂਛ ਚੰਗੀ ਕਿ ਤੇਰੀ ਦਾੜੀ ਚੰਗੀ। ਇਹ ਸੀ ਕਈ ਵਾਰ ਕਹਾਣੀ ਸੁਣੀ ਹੋਣੀ ਹੈ। ਉਹ ਕਹਿੰਦੀ ਸੀ ਵੀ ਦੱਸ ਵੀ ਕੁੱਤੇ ਦੀ ਪੂਛ ਚੰਗੀ ਹੈ ਕਿ ਤੇਰੀ ਦਾੜੀ ਚੰਗੀ ਹੈ। ਉਹ ਚੁੱਪ ਰਹਿੰਦਾ ਸੀ, ਦੱਸਦਾ ਨਹੀਂ ਸੀ, ਕੁਝ ਹੋਰ ਬੋਲਦਾ ਨਹੀਂ ਸੀ। ਸਮਾਂ ਆਪਣੀ ਚਾਲੇ ਲੰਘਦਾ ਗਿਆ, ਚਲਿਆ ਗਿਆ। ਸਮਾਂ ਆਪਣੀ ਚਾਲੇ ਤੁਰਿਆ ਜਾਂਦਾ। ਉਹ ਜਿਹੜਾ ਫਕੀਰ ਸੀ, ਬਜ਼ੁਰਗ ਸੀ, ਸਾਧੂ ਸੀ, ਉਹ ਅੰਤਲੇ ਸਮੇਂ ਤੇ ਆ ਗਿਆ। ਅੱਗੋਂ ਆਇਆ, ਅੱਗੋਂ ਨੇੜਾ ਆਇਆ, ਪਿੱਛਾ ਰਿਹਾ ਦੂਰ। ਉਹ ਜਦੋਂ ਬਿਲਕੁਲ ਉਹਦਾ ਅੰਤ ਸਮਾਂ ਆਇਆ ਤੇ ਕਹਿੰਦੇ ਜੀ, ਉਹ ਫਕੀਰ ਕਹਿੰਦਾ ਮੇਰਾ ਜਾਣ ਦਾ ਸਮਾਂ ਆ ਗਿਆ ਹੈ। ਕਹਿੰਦੇ ਜਾਣ ਦਾ ਸਮਾਂ ਆ ਗਿਆ, ਸਾਨੂੰ ਹੁਕਮ। ਕਹਿੰਦਾ ਵੀ ਇੱਕ ਕੰਮ ਕਰੋ, ਮੇਰੀ ਇੱਕ ਮਨ ਦੀ ਇੱਛਾ ਹੈ ਕਿ ਮਨ 'ਚ ਹੀ ਨਾ ਰਹਿ ਜਾਏ। ਇੱਦਾਂ ਕਰੋ ਵੀ ਵੇਸਵਾ ਨੂੰ ਬੁਲਾਓ। ਤੁਸੀਂ ਜਿਹੜਾ ਝਾਤ ਮਾਰ ਕੇ ਦੇਖੋ ਵੀ ਕੀ ਉਹਨਾਂ ਦੇ ਮਨ 'ਚ ਆਇਆ। ਉਹ ਜਿਹੜੇ ਲਾਗੇ ਲਾਗੇ ਖੜੇ ਸੀ, ਜਿਹੜੇ ਦੇ ਨੇੜੇ ਰੋਜ਼ ਰਹਿੰਦੇ ਸੀ, ਉਹ ਕੀ ਸੋਚਦੇ ਸੀ। ਕਮਾਲ ਹੋ ਗਈ, ਸਾਰੀ ਜ਼ਿੰਦਗੀ ਬੰਦਗੀ ਕਰਦਿਆਂ ਲੰਘ ਗਈ, ਹੁਣ ਮਰ ਲੱਗਾ ਤੇ ਕਹਿੰਦਾ ਵੇਸਵਾ ਨੂੰ ਸੱਦੋ। ਪਰ ਉਹਨਾਂ ਨੂੰ ਪਤਾ ਨਹੀਂ ਸੀ ਨਾ ਵੀ ਕਹਿਣਾ ਕੀ ਚਾਹੁੰਦਾ ਉਹ। ਉਹਨਾਂ ਨੇ ਬੁਲਾ ਲਿਆ। ਪਹਿਲਾਂ ਤੇ ਹੈਰਾਨ ਹੋਏ ਵੀ ਕਿਉਂ। ਉਹਨੇ ਕਿਹਾ ਬੁਲਾਓ। ਉਹਨੂੰ ਬੁਲਾਇਆ ਗਿਆ ਵੀ ਤੁਹਾਨੂੰ ਮਹਾਤਮਾ ਨੇ, ਸਾਧੂ ਨੇ ਸੱਦਿਆ, ਜਿਹਨੂੰ ਰੋਜ਼ ਤੁਸੀਂ ਲੰਘਦੇ ਸਵਾਲ ਕਰਦੇ ਸੀ। ਉਹਨੂੰ ਸਾਹਮਣੇ ਖਿਲਾਰ ਲਿਆ ਉਸਨੇ। ਉਹਨੇ ਕਿਹਾ ਪੁੱਤ ਤੂੰ ਮੈਨੂੰ ਇੱਕ ਸਵਾਲ ਕਰਦੀ ਸੀ, ਧੀਏ ਇੱਕ ਸਵਾਲ ਕਰਦੀ ਸੀ ਤੂੰ ਮੈਨੂੰ, ਮੈਂ ਤੈਨੂੰ ਜਵਾਬ ਨਹੀਂ ਸੀ ਦਿੰਦਾ ਉਹਦਾ। ਤੂੰ ਮੈਨੂੰ ਰੋਜ਼ ਪੁੱਛਦੀ ਸੀ ਵੀ ਕੁੱਤੇ ਦੀ ਪੂਛ ਚੰਗੀ ਕਿ ਚਿੱਟੀ ਦਾੜੀ ਚੰਗੀ ਤੇਰੀ, ਮੈਨੂੰ ਪੁੱਛਦੀ ਸੀ ਰੋਜ਼। ਅੱਜ ਮੈਂ ਤੈਨੂੰ ਕਹਿ ਰਿਹਾ, ਆਪਣੇ ਦਾੜੇ ਨੂੰ ਫੜ ਕੇ ਫਕੀਰ ਨੇ ਕਿਹਾ, ਅੱਜ ਮੈਂ ਆਪਣੇ ਦਾੜੇ ਨੂੰ ਫੜ ਕੇ ਇਹ ਗੱਲ ਕਹਿ ਸਕਦਾ ਕਿ ਮੇਰਾ ਦਾੜਾ ਤੇਰੇ ਕੁੱਤੇ ਦੀ ਪੂਛ ਨਾਲੋਂ ਚੰਗਾ ਹੈ।
ਉਹਨੇ ਕਿਹਾ ਇੰਨੀ ਗੱਲ ਫਿਰ ਇੰਨੇ ਸਾਲ ਕਿਉਂ ਲਾ ਦਿੱਤੇ, ਉਦੋਂ ਕਿਉਂ ਨਹੀਂ ਕਹਿ ਦਿੱਤੀ? ਉਹਨੇ ਕਿਹਾ ਇਸ ਕਰਕੇ ਨਹੀਂ ਕਹੀ ਕਿਉਂਕਿ ਇਸ ਤਿਲਕਣਬਾਜ਼ੀ 'ਚ ਕੋਈ ਨਹੀਂ ਪਤਾ ਕਿਹੜੇ ਵੇਲੇ ਕਿਹੜੇ ਟਾਈਮ ਤੇ ਬੰਦੇ ਨੇ ਤਿਲਕ ਜਾਣਾ। ਜੇ ਮੈਂ ਤਿਲਕ ਜਾਂਦਾ ਆਪਣੀ ਜ਼ਿੰਦਗੀ ਵਿੱਚ ਤੇਰੇ ਕੁੱਤੇ ਦੀ ਪੂਛ ਚੰਗੀ ਹੋਣੀ ਸੀ। ਜੇ ਮੈਂ ਤਿਲਕ ਜਾਂਦਾ ਆਪਣੀ ਜ਼ਿੰਦਗੀ ਦੀ ਬਾਜੀ ਵਿੱਚੋਂ, ਤਾਂ ਕਰਕੇ ਮੈਂ ਕਿਹਾ ਕਿ ਸਮਾਂ ਅੱਜ ਹੈ, ਮੈਂ ਆਪਣੀ ਇਸ ਜ਼ਿੰਦਗੀ ਨੂੰ ਪਰਮਾਤਮਾ ਦੀ ਕਿਰਪਾ ਨਾਲ ਬਚਾ ਕੇ ਰੱਖਿਆ। ਜਿਹੋ ਜਿਹਾ ਅਸੀਂ ਸੁਰਖਰੂ ਹੋ ਕੇ ਪ੍ਰਭੂ ਦੇ ਦਰਬਾਰ ਵਿੱਚ ਚੱਲਿਆ। ਮੈਂ ਚਿੱਟਾ ਦਾੜਾ ਜਿਹਨੂੰ ਸਤਿਗੁਰੂ ਮਹਾਰਾਜ ਨਾ ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਾਗਨ, ਮਾਰੇ ਕਹਿੰਦੇ ਸੱਚੀਆਂ ਦਾੜੀਆਂ ਜਿਹੜੀ ਗੁਰੂ ਚਰਨਾਂ 'ਚ ਪ੍ਰਵਾਨ ਹੋ ਗਈਆਂ। ਮੈਂ ਤਾਂ ਇਹ ਕਿਹਾ ਕਿ ਤਿਲਕਣਬਾਜ਼ੀ ਦੇ ਵਿੱਚ ਕੋਈ ਪਤਾ ਨਹੀਂ ਲੱਗਦਾ। ਮਹਾਰਾਜ ਦਾ ਇੱਕ ਬਚਨ ਹੈ ਸਤਿਗੁਰੂ ਮਹਾਰਾਜ ਦਾ, ਉਹ ਹੈ ਕਿ ਜਦੋਂ ਤੁਸੀਂ ਦੇਖਿਆ ਹੋਣਾ ਆਪਾਂ ਜਦੋਂ ਪੈਲੀ ਦੇ ਵਿੱਚ ਚੱਲਦੇ ਆ ਨਾ, ਵੱਟ ਪਾਈ ਹੋਵੇ, ਵੱਟ ਜਿਹੜੀ ਆਪਾਂ ਸਮਝਦੇ ਨਾ, ਵੱਟ ਉੱਤੇ ਚੱਲਣਾ ਹੋਵੇ ਤੇ ਸਿਆਣੇ ਬੰਦੇ ਕਹਿੰਦੇ ਹੁੰਦੇ ਆ ਦੋਈ ਬੰਨੀ ਪਾਣੀ ਹੈ, ਤੇ ਚੱਲਣ ਵਾਲਿਆ ਜਿਹੜਾ ਧਿਆਨ ਨਾਲ ਚੱਲੀ ਕਿਤੇ ਪੈਰ ਨਾ ਤਿਲਕ ਜੇ, ਮਾੜਾ ਜਿਹਾ ਵੀ ਤਿਲਕਿਆ ਜਾਂ ਇੱਧਰ ਜਾ ਪਏਗਾ ਜਾਂ ਇੱਧਰ ਜਾ ਪਏਗਾ, ਤੇਰੇ ਕੱਪੜੇ ਗੰਦੇ ਹੋ ਜਾਣੇ ਆ। ਸਮਝ ਗਏ ਨਾ ਆਪਾਂ ਵੀ ਵੱਟ ਉੱਤੇ ਤੁਰਨਾ ਬੜਾ ਔਖਾ ਹੁੰਦਾ ਜੇ। ਵੈਸੇ ਕੋਸ਼ਿਸ਼ ਕਰਦਿਆਂ ਕਰਦਿਆਂ ਕਈ ਵਾਰ ਪੈਰ ਤਿਲਕ ਜਾਂਦਾ ਹੈ। ਇਹਨੂੰ ਮਹਾਰਾਜ ਨੇ ਬਾਣੀ 'ਚ ਲਿਆ ਸ਼ਬਦ ਨੂੰ, ਕੁਰੀਏ ਕੁਰੀਏ ਵਹਿੰਦਿਆ ਖਰ ਤਾਲ, ਕੁਰੀਏ ਕੁਰੀਏ ਵਹਿੰਦਿਆ। ਉਹ ਹੈ ਕਿ ਬੜਾ ਦੋਈ ਬੰਨੀ ਚਿੱਕੜ ਕਹਿ ਲਓ। ਕਈ ਵਾਰ ਤੋਕ ਦਿਮਾਗ 'ਚ ਆਉਂਦੀ ਹੈ ਸੁਰਤ 'ਚ, ਪਰ ਜਦੋਂ ਬੋਲਣੀ ਹੁੰਦੀ ਕਈ ਵਾਰ ਵਿਸਰ ਜਾਂਦੀ ਹੈ। ਉਹਦਾ ਮਤਲਬ ਇਹ ਬਣ ਗਿਆ ਕੁਰੀਏ ਕੁਰੀਏ ਵਹਿੰਦਿਆ ਥਲ ਗਾਰਾ ਮੇਰੇਰ। ਹੇ ਭਾਈ ਚਿੱਕੜ ਬੜਾ, ਇਉਂ ਕਹਿ ਲਓ ਵੀ ਦੋਈ ਬੰਨੀ ਚਿੱਕੜ ਹੈ, ਬੜਾ ਗੂੜਾ ਚਿੱਕੜ ਹੈ। ਤੇ ਮਹਾਰਾਜ ਕਹਿੰਦੇ ਧਿਆਨ ਨਾਲ ਚੱਲੀ, ਇਹ ਨਾ ਹੋਵੇ ਕਿਤੇ ਜਾਨ ਖਸੰਦੋ ਪੈਰ, ਇਹਦੇ ਵਿੱਚ ਕਿਤੇ ਤੇਰਾ ਪੈਰ ਨਾ, ਕਿਉਂਕਿ ਮਹਾਰਾਜ ਕਹਿੰਦੇ ਨੇ ਕਿ ਮੈਂ ਇਹਦੇ ਵਿੱਚ ਡਿੱਗਦੇ ਵੇਖੇ ਹੋਏ ਨੇ ਲੋਕ, ਲਿਬੜਦੇ ਦੇਖੇ ਹੋਏ ਨੇ ਲੋਕ। ਤੇ ਮਹਾਰਾਜ ਕਹਿੰਦੇ ਧਿਆਨ ਨਾਲ ਚੱਲਿਓ, ਕਿਤੇ ਪੈਰ ਮਾਰਾ ਜਾਵੇ ਤੇਰਾ ਤਿਲਕ ਗਿਆ ਤੇ ਮਹਾਰਾਜ ਕਹਿੰਦੇ ਤੂੰ ਲਿਬੜ ਜਾਏਗਾ। ਲਿਬੜਨ ਦਾ ਮਤਲਬ ਹੋ ਗਿਆ ਅੰਦਰ ਦੀ ਗੱਲ ਮਹਾਰਾਜ ਕਰ ਰਹੇ ਨੇ। ਤੇ ਤਿਲਕਣਬਾਜ਼ੀ ਸੰਸਾਰ ਹੈ, ਇੱਥੇ ਕੋਈ ਭਰੋਸਾ ਨਹੀਂ। ਗੁਰਮੁਖੋ ਅਰਦਾਸ ਹੀ ਕਰ ਸਕਦੇ ਆ ਪਰਮਾਤਮਾ ਦੇ ਚਰਨਾਂ ਵਿੱਚ, ਦਾਵਾ ਨਹੀਂ ਕਦੀ ਕਰਨਾ ਚਾਹੀਦਾ। ਦਾਵਾ ਨਹੀਂ, ਅਰਦਾਸ ਕਰਦੇ ਰਹੋ ਕਿ ਵਾਹਿਗੁਰੂ ਤੂੰ ਕਿਰਪਾ ਕਰੀ ਸੱਚੇ ਪਾਤਸ਼ਾਹ, ਇਹ ਦਾੜਾ ਚਿੱਟਾ ਤੇਰੀ ਹਜ਼ੂਰੀ ਵਿੱਚ ਪ੍ਰਵਾਨ ਹੋ ਜਾਏ ਤੇਰੀ ਕਿਰਪਾ ਨਾਲ। ਇਹ ਅਰਦਾਸ ਹੀ ਕੇਵਲ ਕਰ ਸਕਦਾ। ਮੈਂ ਜਿਹੜੀ ਬੇਨਤੀ ਕਰ ਰਿਹਾ ਕਿ ਇਹ ਜਿਹੜਾ ਬਚਨ ਬਾਬਾ ਫਰੀਦ ਸਾਹਿਬ ਕਹਿ ਰਹੇ ਨੇ ਨਾ, ਇਹ ਬੜੀਆਂ ਡੂੰਘੀਆਂ ਰਮਜਾਂ ਨੇ। ਗੁਰਮੁਖੋ ਗੱਲ ਸਿਰਫ ਇੰਨੀ ਨਹੀਂ ਹੈ ਵੀ ਦਾੜੀ ਚਿੱਟੀ ਹੋ ਗਈ ਹੈ ਤੇ ਬੰਦਿਆ ਅੱਗਾ ਨੇੜੇ ਆ ਗਿਆ, ਨਹੀਂ। ਰਮਜਾਂ ਬੜੀਆਂ ਡੂੰਘੀਆਂ ਰੱਖੀਆਂ ਨੇ। ਬੰਦਿਆ ਹੁਣ ਚਿੱਟੀ ਦਾੜੀ ਹੋ ਗਈ, ਹੁਣ ਤੇ ਕੁਝ ਸੋਚ ਜ਼ਿੰਦਗੀ ਵਿੱਚ। ਜੇ ਪਹਿਲਾ ਸਮਾਂ ਸਾਰਾ ਹੀ ਲੰਘ ਗਿਆ ਤੇ ਹੁਣ ਹੀ ਦੇਖ ਲਾ ਤੂੰ। ਪਰ ਕਈ ਹੁੰਦਾ ਬੰਦੇ ਦੀ ਸਾਰੀ ਉਮਰ ਲੰਘ ਜਾਂਦੀ ਚਿੱਟੇ ਦਾੜੇ ਵਿੱਚ ਜਾ ਕੇ ਵੀ ਕਈ ਵਾਰ ਅਸੀਂ ਉਹ ਕੁਝ ਨਹੀਂ ਕਰਦੇ ਜੋ ਬਾਬਾ ਫਰੀਦ ਸਾਹਿਬ ਕਹਿ ਰਹੇ ਨੇ। ਇੱਕ ਗੱਲ ਦਾ ਹੋਰ ਮੈਂ ਕਹਿ ਲਵਾਂ, ਕਿਉਂਕਿ ਅੱਜ ਪ੍ਰਕਰਨ ਉਹ ਚੱਲਦਾ ਨਾ, ਤਾਂ ਕਰਕੇ ਕੁਝ ਗੱਲਾਂ ਕਰਨੀਆਂ ਪੈਣੀਆਂ ਨੇ, ਜ਼ਰੂਰੀ ਨੇ ਉਹ। ਕਈ ਵਾਰ ਕੀ ਹੁੰਦਾ ਦਾੜਾ ਚਿੱਟਾ ਹੋ ਜਾਂਦਾ ਤੇ ਗੱਲਾਂ ਬਚਪਨੇ ਵਾਲੀਆਂ। ਦਾੜਾ ਚਿੱਟਾ ਹੋ ਜਾਂਦਾ ਹੈ ਕਿਉਂਕਿ ਮਨ ਚਿੱਟਾ ਨਹੀਂ ਨਾ ਹੋਇਆ, ਮਨ ਕਾਲੇ ਦਾ ਕਾਲਾ ਨਾ, ਤਾਂ ਕਰਕੇ ਮਨ ਨਹੀਂ ਅਸਲ 'ਚ ਚਿੱਟਾ ਹੁੰਦਾ, ਮਨ ਕਾਲਾ ਹੀ ਲੈ ਕੇ ਤੁਰ ਜਾਂਦੇ ਆ। ਦੂਜੀ ਗੱਲ, ਬੰਦਾ ਕੋਸ਼ਿਸ਼ ਤੇ ਕਰਦਾ ਵੈਸੇ ਵੀ ਦਾੜਾ ਵੀ ਚਿੱਟਾ ਹੀ ਰਵੇ, ਨਾ ਖਿਮਾ ਕਰਿਓ ਕਾਲਾ ਹੀ ਰਹੇ, ਕੋਸ਼ਿਸ਼ ਤਾਂ ਕਰਦੇ ਹੀ ਹੈ ਨਾ ਬੰਦੇ। ਕੋਈ ਦਵਾਈਆਂ ਮਲਦਾ, ਕੋਈ ਰੰਗ ਮਲਦਾ, ਕੋਈ ਕੁਝ ਮਲਦਾ, ਕੋਸ਼ਿਸ਼ ਹੁੰਦੀ ਹੈ। ਯਾਦ ਰੱਖਿਓ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਓ, ਜਿੰਨਾ ਮਰਜ਼ੀ ਕਾਲਖ ਮਲ ਲਓ, ਜੋ ਮਰਜ਼ੀ ਦਵਾਈਆਂ ਖਾ ਲਓ, ਇਹਨੇ ਚਿੱਟਾ ਹੋਣਾ ਹੀ ਹੋਣਾ। ਦੁਨੀਆ ਦੀ ਕੋਈ ਤਾਕਤ ਨੂੰ ਕਾਲੇ ਨਹੀਂ ਰੱਖ ਸਕਦੀ, ਕਿਉਂਕਿ ਨਿਯਮ ਹੈ ਨਾ ਪਰਮਾਤਮਾ। ਵੇਖੋ ਇਕੱਲੇ ਇਨਸਾਨ ਦੀ ਗੱਲ ਨਹੀਂ, ਇਹ ਜੋ ਬੰਤਰ ਬਣੀ, ਢਾਂਚਾ ਬਣਿਆ, ਸਾਰਾ ਕੁਝ, ਹਰ ਚੀਜ਼ ਜਿਹੜੀ ਹੈ ਉਹ ਗੁਰਮੁਖੋਂ ਬਦਲ ਰਹੀ ਹੈ, ਰੋਜ਼ ਦੇ ਰੋਜ਼ ਬਦਲਦੀ ਹੈ। ਤੇ ਪਹਾੜ ਬਦਲ ਜਾਂਦੇ ਨੇ, ਉਹਨਾਂ ਦੀ ਵੀ ਉਮਰ ਹੈ। ਇਹ ਤੇ ਹਰ ਚੀਜ਼ ਬਦਲਾਅ ਵਾਲੇ ਬੰਨੇ ਜਾਂਦੀ ਹੈ। ਬੰਦਾ ਆਪਣੀ ਜ਼ਿੰਦਗੀ ਵਿੱਚ ਇਹ ਬਦਲਾਅ ਨਹੀਂ ਚਾਹੁੰਦਾ, ਬਾਕੀ ਹੋਰ ਭਾਵੇਂ ਸਾਰੇ ਕਰ ਲੈਣ, ਇਹ ਨਹੀਂ ਕਰਨਾ ਚਾਹੁੰਦਾ। ਜਦੋਂ ਮਾਲਡੇ ਜਿਹੇ ਵੀ ਦਿਸਦੇ ਆ ਨਾ ਵੀ ਇਹ ਕਾਲੇ ਤੋਂ ਚਿੱਟੇ ਹੋਣ ਲੱਗਦੇ ਆ, ਫਿਰ ਕੋਸ਼ਿਸ਼ ਕਰਦਾ ਕੋਈ ਦਵਾਈ ਲੱਭੀਏ, ਕੋਈ ਬੂਟੀ ਲੱਭੀਏ, ਕੋਈ ਵੈਦ ਲੱਭੀਏ, ਕੋਈ ਹਕੀਮ ਲੱਭੀਏ, ਕੋਈ ਤੇਲ ਲੱਭੀਏ, ਕੁਝ ਨਾ ਕੁਝ ਲੱਭਣ ਦੀ ਕੋਸ਼ਿਸ਼ ਕਰਦਾ। ਤੇ ਯਾਦ ਰੱਖਿਓ ਜੋ ਮਰਜ਼ੀ ਲੱਭ ਲਿਓ ਜੇ, ਬਾਬਾ ਫਰੀਦ ਸਾਹਿਬ ਕਹਿੰਦੇ ਨੇ ਚਿੱਟੇ ਹੋਣਾ ਹੀ ਹੋਣਾ। ਦੇਖ ਫਰੀਦਾ ਜੋ ਦੀਆ ਦਾੜੀ ਹੋਈ ਪੂਰ, ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ। ਤੇ ਮੈਂ ਬੇਨਤੀ ਕਰ ਰਿਹਾ ਸੀ, ਮਹਾਰਾਜ ਕਹਿੰਦੇ ਕਾਲੀ ਹੂੰ ਫਿਰ ਧੌਲੇ ਆਏ, ਬਿਨ ਨਾਮੈ ਗਤ ਗਿਆ ਗਵਾਏ, ਦੁਰਮਤ ਅੰਦਲਾ ਬਿਨਸ ਬਨਾਸੈ ਮੁੱਠੇ ਰੋਏ ਪੁਕਾਰਾ ਹੈ। ਅੱਗੇ ਮਹਾਰਾਜ ਕਹਿੰਦੇ ਬਿਰਧ ਭਇਓ ਤਨ ਸੀਜੈ ਦੇਹੀ। ਇਹ ਇਸ ਮਾਰੂ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਬਚਨ ਨੇ। ਬਿਰਧ ਭਇਓ ਤਨ ਸੀਜੈ ਦੇਹੀ, ਰਾਮ ਨ ਜਪਈ ਅੰਤ ਸਨੇਹੀ। ਉਹ ਜਿਹੜਾ ਅੰਤ ਸਮੇਂ ਸਨੇਹ ਜਿਹਨੇ ਬਣਨਾ ਸੀ ਨਾ, ਉਹਦੇ ਵਾਲੇ ਬੰਨੇ ਤੇ ਬੰਦਾ ਤੁਰਿਆ ਹੀ ਨਹੀਂ।
राम न जपई अंत स्नेही, नाम विसार चले मुंह काले, दरगा झूठ खुआरा है। महाराज कहते बदनामी खट के बंदा संसार तो चलिया गया। एक शब्द होर भगत कबीर साहब जी का लै लईए, अपना प्रकरण जो चलता उस ते फोकस रखियो जे कि देख फरीदा जो थिया दाढ़ी हुई भूर, अगो नेड़ा आया पिछा रहा दूर। ਇਹਦੇ ਤੇ ਆਪਣੀ ਅੱਜ ਦੀ ਵਿਚਾਰ ਚੱਲ ਰਹੀ ਹੈ। ਸਤਿਗੁਰੂ ਮਹਾਰਾਜ ਦੀ ਬਾਣੀ ਚ ਭਗਤ ਕਬੀਰ ਸਾਹਿਬ ਕਹਿ ਰਹੇ ਨੇ ਥਰ ਹਰ ਕੰਪੈ ਬਾਲਾ ਜੀਓ। ਇੱਥੇ ਹੁਣ ਭਗਤ ਕਬੀਰ ਸਾਹਿਬ ਕਹਿੰਦੇ ਸਰੀਰ, ਇੱਥੇ ਉਹਨਾਂ ਨੇ ਜ਼ਿਕਰ ਕੀਤਾ ਵੀ ਆਤਮਾ ਕੰਬ ਰਹੀ ਹੈ, ਅੰਦਰ ਕਾਂਬਾ ਛਿੜਿਆ ਪਿਆ ਹੈ। ਗੱਲ ਦੇ ਵਿੱਚ ਬਜ਼ੁਰਗੀ ਦੀ ਆਉਣੀ ਹੈ। ਥਰ ਹਰ ਕੰਪੈ ਬਾਲਾ ਜੀਓ, ਕਿਆ ਜਾਨੂ ਕਿਆ ਕਰਸੀ ਪੀਓ। ਪੀਓ ਮੈਨੇ ਪਰਮਾਤਮਾ। ਕਬੀਰ ਸਾਹਿਬ ਆਪਣੇ ਆਪ ਨੂੰ ਕਹਿ ਰਹੇ ਨੇ, ਕਹਿੰਦੇ ਮੈਂ ਹੁਣ ਇਹ ਸੋਚਦਾ ਹਾਂ ਅੰਦਰੋਂ ਜਿੰਦ ਜਿਹੜੀ ਹੈ ਨਾ ਉਹ ਕਾਂਬਾ ਛਿੜਿਆ ਪਿਆ ਉਹਨੂੰ। ਹਾਲਾਂਕਿ ਕਬੀਰ ਸਾਹਿਬ ਦੀ ਜਿੰਦ ਨੂੰ ਕੋਈ ਕਾਂਬਾ ਨਹੀਂ, ਸਿਰਫ ਸਾਨੂੰ ਸਮਝਾ ਰਹੇ ਨੇ। ਬਹੁਤ ਸ਼ਬਦ ਆਪਾਂ ਅੱਗੇ ਵੀ ਕਈ ਵਾਰ ਜ਼ਿਕਰ ਕੀਤਾ, ਆਪਣੇ ਤੇ ਲੈ ਕੇ ਗੁਰੂ ਸਾਹਿਬਾਨ ਭਗਤ ਸਾਹਿਬਾਨ ਕਹਿੰਦੇ ਆ। ਹੁਣ ਇਹ ਵੀ ਜਿਹੜਾ ਸ਼ਬਦ ਅੱਜ ਵਾਲਾ ਹੈ ਤਾਂ ਬਾਬਾ ਫਰੀਦ ਸਾਹਿਬ ਨੇ ਆਪਣੇ ਤੇ ਲਿਆ ਨਾ ਕਿ ਦੇਖ ਫਰੀਦਾ ਜੋਤੀਆ ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ। ਆਪਣੇ ਆਪ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ, ਪਰ ਬਾਬਾ ਫਰੀਦ ਸਾਹਿਬ ਦੀ ਚਿੱਟੀ ਦਾੜੀ ਨਹੀਂ ਵੇਖਣੀ। ਬਾਬਾ ਫਰੀਦ ਸਾਹਿਬ ਤੇ ਬਚਪਨੇ ਤੋਂ ਹੀ ਪਰਮਾਤਮਾ, ਉਹ ਤੇ ਵੇਖੋ ਮਾਂ ਨੇ ਛੋਟੀ ਜਿਹੀ ਉਮਰ ਚ ਲਾ ਦਿੱਤਾ ਸੀ ਇਸ ਬੰਨੇ ਕਿ ਫਰੀਦਾ ਅੱਲਾ ਦਾ ਨਾਂ ਲੈ, ਖੁਦਾ ਦਾ ਨਾਂ ਲੈ। ਉਹ ਤਾਂ ਇਉਂ ਕਹਿ ਲਓ ਭਰ ਜੋਬਨ ਜਵਾਨੀ ਵਿੱਚ ਤਾਂ ਇੱਥੇ ਪਹੁੰਚ ਚੁੱਕੇ ਸਨ ਕਿ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੈ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਉਹਨਾਂ ਤੇ ਜਵਾਨੀ 'ਚ ਕੁਝ ਮੰਨ ਲਿਆ ਸੀ। ਇਹ ਸਾਨੂੰ ਸੰਬੋਧਨ ਕਰਕੇ ਕਹਿ ਰਹੇ ਨੇ, ਆਪਣੇ ਤੇ ਸ਼ਬਦ ਝੁਕਾ ਕੇ। ਮੈਂ ਬੇਨਤੀ ਕਰ ਰਿਹਾ ਭਗਤ ਕਬੀਰ ਸਾਹਿਬ ਜੀ ਦਾ ਬਚਨ, ਥਰ ਹਰ ਕੰਪੈ ਬਾਲਾ ਜੀਓ, ਕਿਆ ਜਾਨੂ ਕਿਆ ਕਰਸੀ ਪੀਓ। ਕੀ ਹੋਏਗਾ ਮੇਰੇ ਨਾਲ हे ਪ੍ਰਭੂ ਪਰਮਾਤਮਾ ਪਤੀ ਜੀਓ। ਮੇਰੀ ਜਿੰਦ ਕੰਬਦੀ ਹੈ, ਕਾਂਬਾ ਛੜਿਆ। ਮੈਂ ਜ਼ਿੰਦਗੀ 'ਚ ਕੁਝ ਨਹੀਂ ਕੀਤਾ ਕਿਉਂਕਿ ਬਚਪਨੇ ਤੋਂ ਲੈ ਕੇ ਚਿੱਟੀ ਦਾੜੀ ਹੋ ਗਈ। ਮੈਂ ਤੇਰਾ ਇੱਕ ਦਿਨ ਕੋਈ ਵਾਹਿਗੁਰੂ ਜੀ ਨਾਮ ਨਹੀਂ ਜਪਿਆ। ਦਾੜੀ ਹੋਈ ਪੂਰ, ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ। ਇਹਨੂੰ ਭਗਤ ਕਬੀਰ ਸਾਹਿਬ ਨੂੰ ਕਹਿ ਰਹੇ ਨੇ ਕਿ ਥਰ ਹਰ ਕੰਪੈ ਬਾਲਾ ਜੀਓ, ਕਿਆ ਜਾਨੂ ਕਿਆ ਕਰਸੀ ਪੀਓ। ਰੈਣ ਗਈ ਮਤ ਦਿਨ ਵੀ ਜਾਏ। ਰੈਣ ਹੁੰਦੀ ਹੈ ਕਾਲੀ ਤੇ ਦਿਨ ਹੁੰਦਾ ਚਿੱਟਾ। ਇਹਦੇ ਅਰਥੇ ਕੀਤੇ ਵਿਦਵਾਨਾਂ ਨੇ। ਰੈਣ ਦਾ ਅਰਥ ਕੀਤਾ ਹੈ ਕਾਲੇ ਵਾਲ ਤੇ ਦਿਨ ਦਾ ਅਰਥ ਕੀਤਾ ਚਿੱਟੇ ਵਾਲ, ਦਾੜੀ ਹੋਈ ਭੂਰ। ਇਹਦੇ ਅਰਥ ਜੋ ਵਿਦਵਾਨਾਂ ਨੇ ਕੀਤੇ, ਰੈਣ ਗਈ ਮਤ ਦਿਨ ਪੀ ਜਾਏ। ਕਾਲੇ ਸੀ ਚਲੇ ਗਏ, ਚਿੱਟੇ ਆ ਜਾਣੇ ਐ। ਦਿਨ ਚਿੱਟਾ ਹੁੰਦਾ ਨਾ। ਰਹਿਣ ਗਈ ਮਤ ਦਿਨ ਪੀ ਜਾਏ, ਭਵਰ ਗਏ ਬਗ ਬੈਠੇ। ਭਵਰਾ ਕਾਲਾ ਹੁੰਦਾ, ਬਗਲਾ ਚਿੱਟਾ ਹੁੰਦਾ। ਵੇਖੋ ਸ਼ਬਦ ਕਿਹੜੇ ਤੇ ਉਹਦੇ ਅਰਥ ਭਾਵ ਕੀ ਬਣਦੇ ਆ। ਭਵਰ ਗਏ, ਭਵਰ ਮੈਨੇ ਕਾਲੇ ਕੇ ਚਲੇ ਗਏ, ਬਗ ਮੈਨੇ ਚਿੱਟੇ ਦਾੜੀ ਹੋਈ ਭੂਰ। ਭਵਰ ਗਏ ਬਗ ਬੈਠੇ ਆਏ। ਤੇ ਕਬੀਰ ਸਾਹਿਬ ਜੀ ਕਹਿੰਦੇ ਕਾਚਾ ਕਰਵੇ ਰਹੇ ਨਾ ਪਾਣੀ। ਮੈਨੂੰ ਪਤਾ ਹੀ ਨਹੀਂ ਸੀ ਝੱਲੇ ਨੂੰ ਕਿ ਮੈਂ ਕੱਚੇ ਘੜੇ ਵਿੱਚ ਪਾਣੀ ਸਾਂਭੀ ਫਿਰਦਾ ਸੀ। ਅੱਜ ਜ਼ਿੰਦਗੀ ਰੂਪੀ ਜਿਹੜਾ ਸਰੀਰ ਰੂਪੀ ਘੜਾ ਹੈ, ਇਹਨੂੰ ਭਗਤ ਕਬੀਰ ਸਾਹਿਬ ਦੇ ਕਾਚਾ ਕਰਵੇ ਰਹੇ ਨਾ ਪਾਣੀ। ਮੈਂ ਪਤਾ ਨਹੀਂ ਕਿਹੜੇ ਭੁਲੇਖੇ ਵਿੱਚ ਬੈਠਾ ਸੀ। ਹੰਸ ਚੱਲਿਆ ਕਾਇਆ ਕੁਮਲਾਨੀ, ਕੁਆਰ ਕੰਨਿਆ ਜੈਸੇ ਕਰਤ ਸ਼ਿੰਗਾਰਾ। ਕਿਉ ਰਲੀਆਂ ਮਾਨੇ ਬਾਜ ਪਧਾਰਾ, ਕਾਕ ਉਡਾਵਤ ਭੁਜਾ ਪਿਰਾਨੀ। ਕਹੇ ਕਬੀਰ ਕਥਾ ਸਿਰਾਨੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਹੇ ਵਾਹਿਗੁਰੂ ਪਰਮਾਤਮਾ ਜੀਓ, ਹੇ ਵਾਹਿਗੁਰੂ ਪਰਮੇਸ਼ਰ ਜੀਓ, ਹੁਣ ਜਿਹੜੇ ਕਾਲੇ ਤੋਂ ਚਿੱਟੇ ਹੋ ਗਏ, ਹੁਣ ਮੇਰੀ ਆਤਮਾ, ਮੇਰੀ ਜਿੰਦ ਕੰਬਦੀ ਪਈ ਹੈ ਕਿਉਂਕਿ ਮੈਂ ਇਉਂ ਕੀਤਾ ਜਿਵੇਂ ਕੁਆਰ ਕੰਨਿਆ ਕਰਤ ਸ਼ਿੰਗਾਰਾ। ਜਿਵੇਂ ਔਰਤ ਵਿਆਹ ਤੋਂ ਬਿਨਾਂ ਸ਼ਿੰਗਾਰ ਕਰੇ, ਕਿਉ ਰਲੀਆਂ ਮਾਣੇ ਬਾਜ ਪਧਾਰਾ। ਇਹਦੇ ਅਰਥ ਹੋ ਗਏ, ਭਾਵ ਅਰਥ ਇਹ ਬਣ ਗਏ ਕਿ ਮੈਂ ਸਾਰੀ ਜ਼ਿੰਦਗੀ ਆ ਜਿਹੜਾ ਤਨ ਸ਼ਿੰਗਾਰਦਾ ਰਿਹਾ। ਤਨ ਦਾ ਮਤਲਬ ਇਹ ਨਹੀਂ ਕਿ ਬਾਹਰੀ ਤੌਰ ਤੇ ਅਦਰ ਫਲੇਰ ਲਾਉਂਦੇ ਰਹੇ ਜਾਂ ਨਹੀਂ। ਇਹਦਾ ਮਤਲਬ ਇਹ ਹੋ ਗਿਆ ਮੈਂ ਕਰਮ ਕਾਂਡਾਂ ਵਿੱਚ ਸਾਰੀ ਜ਼ਿੰਦਗੀ ਕੱਢ ਦਿੱਤੀ, ਵਹਿਮਾਂ ਭਰਮਾਂ 'ਚ ਸਾਰੀ ਜ਼ਿੰਦਗੀ ਕੱਢ ਦਿੱਤੀ। ਮੈਂ ਆਪਣੇ ਕਰਮ ਕਾਂਡਾਂ ਰਾਹੀਂ ਆਪਣੀ ਜ਼ਿੰਦਗੀ ਨੂੰ ਬਣਾਉਂਦਾ ਰਿਹਾ, ਸਰੀਰ ਦੇ ਆਖੇ ਲਾ ਕੇ। ਪਰ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਪ੍ਰਭੂ ਪਰਮਾਤਮਾ ਤੋਂ ਬਿਨਾਂ ਇਹ ਕਰਮ ਕਾਂਡ ਕਿਸੇ ਲੇਖੇ ਵਿੱਚ ਨਹੀਂ ਸੀ ਪੈਣੇ। ਕਾਗ ਉਡਾਵਤ, ਭਗਤ ਕਬੀਰ ਸਾਹਿਬ ਜੀ ਕਹਿੰਦੇ ਰੱਬ ਜੀ ਮੈਂ ਤਾਂ ਕਾਂ ਉਡਾਉਂਦਾ ਰਿਹਾ। ਭੁਜਾ ਪਿਰਾਨੀ, ਭੁਜਾ ਮੈਨੇ ਬਾਂਹ ਥੱਕ ਗਈ, ਪਿਰਾਨੀ ਮੈਨੇ ਥੱਕ ਗਈ। ਕਹਿ ਕਬੀਰ ਕਥਾ ਸਰਾਣੀ। ਮੇਰੀ ਤਾਂ ਪਰਮਾਤਮਾ ਜੀ ਆਹ ਹੀ ਜ਼ਿੰਦਗੀ ਦੀ ਕਥਾ ਸੀ ਕਿ ਹੇ ਪਰਮਾਤਮਾ ਅਕਾਲ ਪੁਰਖ ਜੀਓ। ਇਹਦਾ ਮਤਲਬ ਇਹ ਹੋ ਗਿਆ, ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਹੇ ਪਿਆਰਿਆ, ਇਹ ਦਾੜੀ ਭੂਰ ਹੋਈ ਤੈਨੂੰ ਕੁਝ ਕਹਿ ਰਹੀ ਹੈ, ਚਿੱਟੇ ਵਾਲ ਤੈਨੂੰ ਕੁਝ ਕਹਿ ਰਹੇ ਕਿ ਤੂੰ ਪਰਮਾਤਮਾ ਵਾਲੇ ਬੰਨੇ ਤੁਰ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦੇਖਦੇ ਹਾਂ ਤੇ ਮਹਾਰਾਜ ਕਹਿੰਦੇ ਨੇ ਕੱਕੈ ਕੇਸ਼ ਪੁੰਡਰ ਜਬ ਹੋਏ। ਪੁੰਡਰ ਦਾ ਮਤਲਬ ਹੁੰਦਾ ਪੁੰਡਰਕ, ਬੰਨਾ ਜਿਵੇਂ ਸ਼ਬਦ ਹੁੰਦਾ। ਪੁੰਡਰਕ ਕਹਿੰਦੇ ਨੇ ਫੁੱਲ ਨੂੰ, ਕੌਲ ਦਾ ਫੁੱਲ, ਕਮਲ ਫੁੱਲ ਜਿਹਨੂੰ ਅਸੀਂ ਕਹਿੰਦੇ। ਕੌਲ ਫੁੱਲ ਚਿੱਟਾ ਹੁੰਦਾ ਹੈ
ਵੇਖੋ ਮਹਾਰਾਜ ਨੇ ਸ਼ਬਦ ਤੇ ਉਹਨਾਂ ਦੇ ਅਰਥ, ਕੱਕੈ ਕੇਸ਼ ਕੁੰਡਲ ਜਬ ਹੁਏ ਬਿਨ ਸਾਬੂਣੇ ਉਜਲਿਆ। ਉਜਲਿਆ ਮੈਨੇ ਹੁੰਦਾ ਹੈ ਸਾਫ ਸ਼ੁੱਧ ਚਿੱਟਾ ਹੋ ਜਾਣਾ। ਮਹਾਰਾਜ ਕਹਿੰਦੇ ਨੇ ਕਦੀ ਕਿਸੇ ਬੰਦੇ ਨੇ ਸਾਬਣ ਲਾ ਲਾ ਕੇ ਤੇ ਉਹਨੂੰ ਚਿੱਟਿਆ ਨਹੀਂ ਨਾ ਕੀਤਾ। ਸਾਬਣ ਉਹ ਤਾਂ ਲਾਉਣੇ ਜਿਹਦੇ ਨਾਲ ਕਾਲੇ ਹੋ ਜਾਣ, ਪਰ ਚਿੱਟੇ ਵਾਸਤੇ ਕੋਈ ਬੰਦਾ ਯਤਨ ਨਹੀਂ ਨਾ ਕਰਦਾ ਵੀ ਚਿੱਟੇ ਲਾ ਲਾਂਗੇ ਇਹਨੂੰ ਮੈਂ ਚਿੱਟੇ ਕਰ ਲਵਾਂ। ਮਹਾਰਾਜ ਦਾ ਬਚਨ ਹੈ ਕੱਕੇ ਕੇਸ਼ ਕੁੰਡਲ ਜਬ ਹੋਏ ਬਿਨ ਸਾਬੂਣੇ, ਬਿਨਾ ਸਾਬਣ ਤੋਂ ਚਿੱਟੇ ਹੋ ਗਏ ਬਈ। ਬਿਨ ਸਾਬੂਣੇ ਉਜਲਿਆ। ਤੇ ਮਹਾਰਾਜ ਕਹਿੰਦੇ ਜਮ ਰਾਜੇ ਕੇ ਹੇਰੂ ਆਏ। ਹੇਰੂ ਮੈਨੇ ਹੁੰਦਾ ਹੈ ਜਮਦੂਤ ਜੋ ਲੈਣ ਵਾਸਤੇ ਜੀਵ ਨੂੰ ਆਉਂਦੇ ਆ, ਉਹਦੇ ਆਏ ਹੋਏ ਬੰਦੇ ਲੈਣ ਵਾਸਤੇ ਆ ਗਏ। ਤੇ ਮਹਾਰਾਜ ਕਹਿੰਦੇ ਉਹ ਲੈਣ ਵਾਸਤੇ ਆਏ ਤੇ ਇਹ ਕੀ ਕਰਦਾ ਪਿਆ, ਮਾਇਆ ਕਾ ਸੰਗਲ ਬੰਧ ਲਿਆ। ਅਜੇ ਵੀ ਉਸੇ ਚੱਕਰਾਂ 'ਚ ਪਿਆ ਹੋਇਆ ਹੈ, ਅਜੇ ਵੀ ਮਾਇਆ ਦੇ ਵਿੱਚ ਮੋਹ ਵਿੱਚ ਹੀ ਫਸਿਆ ਪਿਆ ਹੈ, ਉੱਥੋਂ ਅਜੇ ਤੱਕ ਨਹੀਂ ਨਿਕਲਦਾ ਪਿਆ। ਤੇ ਯਾਦ ਰੱਖਿਓ ਜੇ ਬੰਦਾ ਜੋ ਕੁਝ ਸਾਰੀ ਜ਼ਿੰਦਗੀ ਕਮਾ ਰਿਹਾ ਨਾ, ਅਖੀਰ ਵੇਲੇ ਵੀ ਉਹੀ ਚੇਤੇ ਆਉਂਦੇ ਨੇ, ਪਿੱਛਾ ਰਿਹਾ ਦੂਰ। ਤੁਸੀਂ ਦੇਖੋ ਕਈ ਵਾਰ ਬਜ਼ੁਰਗਾਂ ਨੂੰ, ਚਲੋ ਕਿਤੇ ਪ੍ਰਮਾਤਮਾ ਦੀ ਕਿਸੇ ਤੇ ਕਿਰਪਾ ਹੋ ਜਾਏ ਤਾਂ ਮੈਂ ਕਹਿ ਨਹੀਂ ਸਕਦਾ, ਆਮ ਤੌਰ ਤੇ ਬਹੁਤ ਗਿਣਤੀ ਇਹੀ ਹੈ ਜਿਵੇਂ ਜਿਵੇਂ ਬੰਦਾ ਬਜ਼ੁਰਗ ਹੁੰਦਾ ਉਹਨੂੰ ਪਿਛਲੀਆਂ ਗੱਲਾਂ ਚੇਤੇ ਆ ਜਾਂਦੀਆਂ ਨੇ। ਮੈਨੂੰ ਇਹ ਗੱਲ ਚਲੋ ਚੇਤੇ ਆ ਕਿਸੇ ਵੀਰ ਨੇ ਸੁਣਾਈ ਸੀ, ਹਾਲਾਂਕਿ ਆਪਣੇ ਕੋਈ ਪਰਿਵਾਰ ਦੀ ਗੱਲ ਸੁਣਾਉਂਦਾ ਨਹੀਂ ਹੁੰਦਾ, ਪਰ ਉਹਨੇ ਸੁਣਾ ਲਈ। ਉਹ ਗੁਰਮੁਖ ਸਨ, ਉਹਨਾਂ ਦੇ ਜਿਹੜੇ ਬੇਟੇ ਸਨ, ਉਹਨੇ ਗੱਲ ਸੁਣਾਈ। ਕਹਿੰਦਾ ਵੀ ਸਾਡਾ ਬਜ਼ੁਰਗ, ਉਹਨਾਂ ਦਾ ਬਾਪੂ ਜੀ ਬਿਮਾਰ ਹੋ ਗਏ, ਮੰਜੇ ਤੇ ਪੈ ਗਏ। ਉਹ ਕਹਿੰਦਾ ਅਸੀਂ ਬਾਪੂ ਨੂੰ ਬੜੀ ਕੋਸ਼ਿਸ਼ ਕੀਤੀ ਵੀ ਇਹ ਰੱਬ ਦਾ ਨਾਮ ਲਵੇ। ਅਸੀਂ ਉਹਦੇ ਕੋਲ ਜਾ ਕੇ ਕਹਿੰਦੇ ਸੀ ਬਾਪੂ ਜੀ ਹੁਣ ਵਾਹਿਗੁਰੂ ਵਾਹਿਗੁਰੂ ਕਹੇ, ਪਰ ਕਹਿੰਦਾ ਸਾਰੀ ਜ਼ਿੰਦਗੀ ਬਾਪੂ ਨੇ ਵਾਹਿਗੁਰੂ ਕਦੀ ਕਿਹਾ ਹੀ ਨਹੀਂ ਸੀ। ਮੈਂ ਉਹ ਵੀ ਲੋਕ ਦੇਖੇ ਐ ਜਿਹੜੇ ਜਵਾਨੀ 'ਚ ਇਹ ਕਹਿੰਦੇ ਐ ਉਹ ਜਾਓ ਤੁਸੀਂ ਗੁਰਦੁਆਰੇ ਜਾਓ, ਤੁਹਾਨੂੰ ਕੋਈ ਕੰਮ ਹੋਣਾ ਗੁਰਦੁਆਰੇ, ਮੈਂ ਉੱਥੇ ਗੁਰਦੁਆਰੇ ਕਰਨਾ, ਮੇਰਾ ਕੀ ਕੰਮ ਹੈ ਗੁਰਦੁਆਰੇ। ਮੈਂ ਇਹੋ ਜਿਹੇ ਬੰਦੇ ਕੰਨਾਂ ਨਾਲ ਗੱਲਾਂ ਕਰਦੇ ਸੁਣੇ ਆ ਜਿਹੜੇ ਕਹਿੰਦੇ ਗੁਰਦੁਆਰੇ ਅਸੀਂ ਕੀ ਲੈਣ ਜਾਣਾ, ਸਾਡਾ ਗੁਰਦੁਆਰੇ ਕੀ ਕੰਮ। ਤੇ ਜਦੋਂ ਘੋਲੂ ਵੱਜਦਾ ਨਾ ਫਿਰ ਕਹਿੰਦੇ ਲਿਆਓਗਾ ਬਾਬੇ ਨੂੰ ਕੋਈ ਪਾਠ ਹੀ ਕਰ ਦੇਵੇ, ਉਦੋਂ ਚੇਤੇ ਆਉਂਦਾ। ਫਿਰ ਕਹਿੰਦੇ ਚਲੋ ਕੋਈ ਨਾ ਕੋਈ ਸ਼ਬਦ ਤਾਂ ਪੜ੍ਹੇ, ਬਾਬਾ ਆ ਕੇ ਪਾਠ ਹੀ ਕਰੇ। ਗੁਰਮੁਖੋ ਘੋਲੂ ਵੱਜਦੇ ਮੁੜ ਕੇ ਪਾਠ ਵਾਲੇ ਬੰਨੇ ਸੁਰਤ ਨਹੀਂ ਹੁੰਦੀ, ਮੁੜ ਕੇ ਉਹੀ ਗੱਲਾਂ ਬਚਪਨੇ ਵਾਲੀਆਂ ਚੇਤੇ ਆ ਜਾਂਦੀਆਂ। ਮੈਂ ਬੇਨਤੀ ਕਰਨ ਲੱਗਿਆ ਸੀ ਕਿ ਉਹਨੇ ਕਿਹਾ ਸੀ ਬੜੀ ਕੋਸ਼ਿਸ਼ ਕੀਤੀ, ਬਾਪੂ ਨੂੰ ਕਹਿੰਦੇ ਸੀ ਬਾਪੂ ਜੀ ਵਾਹਿਗੁਰੂ ਕਹੋ, ਸਤਨਾਮ ਕਹੋ। ਕਹਿੰਦਾ ਜਦੋਂ ਮਾੜਾ ਜਿਹਾ ਬਾਪੂ ਨੂੰ ਸੁਰਤ ਆਉਂਦੀ ਸੀ ਤੇ ਪੁੱਛਦਾ ਸੀ ਬੰਸੋ ਦਾ ਕੀ ਹਾਲ ਆ, ਤਾਰੋ ਦਾ ਕੀ ਹਾਲ ਆ, ਤਾਬੋ ਹੈਗੀ ਕਿ ਮਰ ਗਈ। ਇਹ ਉਸ ਬੰਦੇ ਦੀ ਮੈਨੂੰ ਖੁਦ ਸੁਣਾਈ ਹੋਈ ਗੁਰਮੁਖ ਸੀ। ਹਾਲਾਂਕਿ ਮੈਂ ਪਹਿਲਾਂ ਕਿਹਾ ਵੀ ਕੋਈ ਆਪਣੇ ਪਰਿਵਾਰ ਦੀ ਗੱਲ ਨਹੀਂ ਸੁਣਾਉਂਦਾ ਹੁੰਦਾ ਸੀ। ਕਹਿੰਦਾ ਜਿਨ੍ਹਾਂ ਦੇ ਨਾਂ ਲੈਂਦੇ ਸੀ 40 50 ਸਾਲ ਹੋ ਗਏ ਸਾਨੂੰ ਮਰੀਆਂ ਹੋਈਆਂ। ਉਹ ਕਹਿੰਦਾ ਮੈਂ ਸੋਚਦਾ ਸਾਂ ਮਨਾ ਅਸੀਂ ਤੇ ਬੜੀ ਕੋਸ਼ਿਸ਼ ਕਰ ਰਹੇ ਕਿ ਬਾਪੂ ਹੁਣ ਅੱਗਾ ਨੇੜੇ ਆਇਆ, ਪਿੱਛਾ ਰਿਹਾ ਦੂਰ। ਉਹ ਬਚਪਨਾ ਜਵਾਨੀ ਬੜੀ ਪਿੱਛੇ ਰਹਿ ਗਈ, ਅੱਗਾ ਨੇੜੇ ਆ ਗਿਆ, ਹੁਣੇ ਕੁਝ ਕਰ ਲਿਆ, ਪਰ ਬਾਪੂ ਅਜੇ ਵੀ ਪਤਾ ਨਹੀਂ ਕਿਹੜੀਆਂ ਬਚਪਨ ਦੀਆਂ ਗੱਲਾਂ ਚੇਤੇ ਲਿਆ ਹੁੰਦਾ। ਅਕਸਰ ਉਹ ਗੱਲਾਂ ਬੰਦੇ ਨੂੰ ਬਾਰ-ਬਾਰ ਚੇਤੇ ਆਉਂਦੀਆਂ, ਬਚਪਨਾ ਚੇਤੇ ਆਈ ਜਾਂਦਾ। ਜਿਵੇਂ ਜਿਵੇਂ ਬੰਦਾ ਉਮਰ ਵਡੇਰੀ ਹੁੰਦੀ ਜਾਂਦੀ ਹੈ ਤਿਵੇਂ ਨੂੰ ਪਿਛਲੀਆਂ ਗੱਲਾਂ ਚੇਤੇ ਆਉਂਦੀਆਂ। ਬਾਬਾ ਫਰੀਦ ਸਾਹਿਬ ਕਹਿੰਦੇ ਉਹ ਭੁਲਾ ਦੇ ਸਾਰੀਆਂ ਗੱਲਾਂ, ਕਿਉਂਕਿ ਨਾ ਦੁਬਾਰਾ ਜਵਾਨੀ ਆਉਣੀ, ਨਾ ਦੁਬਾਰਾ ਬਚਪਨ ਆਉਣਾ। ਬੜਾ ਕਿਸੇ ਵਿਦਵਾਨ ਨੇ ਸੁੰਦਰ ਸ਼ਬਦ ਕਹੇ ਨੇ। ਉਹ ਕਹਿੰਦੇ ਐ ਮੇਰੇ ਮੌਲਾ तेरी दुनिया फानी देखी, जहां की हर चीज आनी जानी देखी, जो आके ना जाए वो बुढ़ेपा देखा, जो जाके ना आए वो जवानी देखी। अक्सर ऐसा ही है ना, जो आके ना जाए बुढ़ेपे ने कभी दोबारा नहीं वापस चलिया जाना, ये तो सदा रहेगा। पर जो जाके ना आए, जो जाके जवानी चलेगी वो वापस कदे नहीं आनी। बाबा फरीद साहब झंझोड़ रहे ने सानू, कहते देख तेरा बचपने तो लैके बुढ़ेपे तक जरा झात मार के देख दाढ़ी चिट्टी हो गई, हुण की कीता तू। जिन्होंने एक शब्द च मैं कह देवां, सतगुरु गुरु नानक देव महाराज का बचन है। हुण उस देखियो महाराज ने ना जन्म तो लैके ऐ दाढ़ी भूर होने तक सारी लिस्ट बना दी महाराज ने। की कीता उहदे तू? पहले प्यार लगा थन दुध, दूजे माए बाप की सुध, तीजे भैया भाभी बेब, चौथे प्यार उपन्नी खेड, पंजवें खान पियन की धात, छेवें काम न पुछे जात, जातो खट्टन वेल तात उड़ता दुनी सोसी होता बंदा। छेवें काम न पुछे जात, सतवें संज किया घर वास, अठवें क्रोध हुआ तन नाश, नौवें धौलै उबे सार, देख फरीदा जोतिया दाढ़ी हुई भूर। मारे कहते नौवें धौलै उबे सा, दसवें दद्दा हुआ स्वार, गए संगीत पुकारी धार, उड़िया हंस दसाए राह, आया गया मोया नाम ही चलेगा नाल ही मिट गया। सारी उम्र नाम बनाता रहा, जो चौकी के फटे ते पाया कहते सतनाम वाहिगुरू हो गया। उनका सारी उम्र नाम बनाने च ला दिते,
ਤੇ ਚੁੱਕ ਕੇ ਕਹਿੰਦੇ ਰਾਮ ਨਾਮ ਸਤ ਹੈ, ਉਹਨੂੰ ਤੇ ਸਤ ਕਹਿੰਦੇ ਨੇ ਫਿਰ ਵੀ। ਮਾਰ ਗਏ ਦਸਵੇਂ ਦੱਦਾ ਹੁਆ ਸਵਾ ਗਏ ਸੰਗੀਤ ਪੁਕਾਰੀ ਧਾਰ, ਉੱਡਿਆ ਹੰਸ ਦਸਾਇਰਾ ਆਇਆ ਗਿਆ ਮੋਇਆ ਨਾਉ, ਪਿੱਛੇ ਪੱਤਲ ਸਦਿਓ ਕਾਵ। ਮੁੜ ਕੇ ਕੀਤਾ ਬਾਪੂ ਮਰ ਗਿਆ, ਕਹਿੰਦੇ ਸ਼ਰਾਧ ਹੀ ਕਰਾ ਲਓ ਚਲੋ ਹੁਣ, ਸੱਦੋ ਕਿਸੇ ਪੰਜ ਭਾਈਆਂ ਨੂੰ ਜਾਂ ਕਿਸੇ ਪੰਡਤ ਨੂੰ, ਬਾਬਿਆਂ ਨੂੰ। ਹੁਣ ਤਾਂ ਲੋਕ ਜਿਹੜੇ ਬਾਬਿਆਂ ਨੂੰ ਸੱਦਦੇ ਆ ਨਾ, ਕਹਿੰਦੇ ਸੱਦੋ ਇਹਨਾਂ ਨੂੰ ਰੋਟੀ ਖਵਾ ਦਿਓ। ਮਹਾਰਾਜ ਕਹਿੰਦੇ ਸੱਦ ਲਾ, ਕਾਂ ਖਾ ਜਾਣਗੇ, ਚੁੱਕ ਕੇ ਕੋਠੇ ਤੇ ਸੁੱਟ ਦੇਣੀਆਂ ਤੋਂ ਜਿਹੜੀਆਂ ਵਧਿਆ ਘਟਿਆ, ਕੋਠੇ ਸੁੱਟ ਕੇ ਕਹਿੰਦਾ ਬਾਪੂ ਨੂੰ ਪਹੁੰਚ ਜਾਏਗਾ, ਜਦੋਂ ਲੋੜ ਸੀ ਉਦੋਂ ਤੇ ਬਾਪੂ ਨੂੰ ਦਿੱਤਾ ਕੁਝ ਨਾ ਹੋਏ। ਜਦੋਂ ਬਾਪੂ ਪਾਣੀ ਕਹਿੰਦਾ ਸੀ, ਰੋਟੀ ਕਹਿੰਦਾ ਸੀ, ਉਦੋਂ ਦਿੱਤੀ ਕੋਈ ਨਾ। ਪਿੱਛੇ ਪੱਤਲ ਸਦਿਓ ਕਾਵ, ਇਹ ਗੁਰਮੁਖਾਂ ਦੀ ਸੰਗਤ ਹੈ ਕਿ ਇਹ ਗੁਰਮੁਖ ਦੇ ਲੱਛਣ ਨੇ? ਮਹਾਰਾਜ ਕਹਿੰਦੇ ਨਹੀਂ ਨਹੀਂ, ਇਹ ਮਨਮੁਖ ਦੀ ਨਿਸ਼ਾਨੀ ਹੈ। ਪਿੱਛੇ ਪੱਤਲ ਸਦਿਓ ਕਾਵ, ਮਹਾਰਾਜ ਕਹਿੰਦੇ ਨੇ ਪਿੱਛੇ ਪੱਤਲ ਸਦਿਓ ਕਾਵ, ਨਾਨਕ ਮਨਮੁਖ ਅੰਧ ਗਵਾਰ ਬਾਝ ਡੁੱਬਾ, ਬਾਝ ਗੁਰੂ ਡੁੱਬਾ ਸੰਸਾਰ। ਇਹਦਾ ਜੋ ਮਹਾਰਾਜ ਕਹਿ ਰਹੇ ਨੇ, ਮੈਂ ਸ਼ਬਦ ਇੱਕ ਵਾਰ ਫਿਰ ਤੁਹਾਨੂੰ ਸੁਣਾ ਦਿੰਦਾ। ਇੱਕ ਪੂਰੀ ਲਿਸਟ ਮਹਾਰਾਜ ਨੇ ਬਣਾਈ ਹੈ, ਇਹਨੂੰ ਜਰਾ ਧਿਆਨ ਚ ਵੇਖੋ, ਆਪ ਵੀ ਜਾ ਕੇ ਪੜ੍ਹਿਓ ਜੀ। ਕਿ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਲ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਨ ਪੀਣ ਕੀ ਧਾਤ, ਛੇਵੇਂ ਕਾਮ ਨ ਪੁੱਛੇ ਜਾਤ, ਸਤਵੇਂ ਸਾਂਝ ਕੀਆ ਘਰ ਵਾਸ, ਅਠਵੇਂ ਕ੍ਰੋਧ ਹੁਆ ਤਨ ਨਾਸ, ਨੌਵੇਂ ਧੌਲੇ ਉਭੇ ਸਾਰ, ਦਸਵੇਂ ਦੱਦਾ ਹੁਆ ਸਵਾ ਗਏ ਸੰਗੀਤ ਪੁਕਾਰੀ ਧਾਰ, ਉੱਡਿਆ ਹੰਸ ਦਸਾਏ ਰਾਹ, ਆਇਆ ਗਿਆ ਮੋਇਆ ਨਾਉ, ਪਿੱਛੇ ਪੱਤਰ ਸਦਿਓ ਕਾਵ, ਨਾਨਕ ਮਨਮੁਖ ਅੰਤ ਗੁਬਾਰ, ਬਾਝ ਗੁਰੂ ਡੁੱਬਾ ਸੰਸਾਰ। ਮਾਰੇ ਕਹਿੰਦੇ ਮਨਮੁਖ ਸੀ ਜਿਹੜਾ ਸਾਰੀ ਜ਼ਿੰਦਗੀ ਆਪਣੀ ਗਵਾ ਕੇ ਚਲਿਆ ਗਿਆ। ਇਹਨੇ ਆਪਣੀ ਜ਼ਿੰਦਗੀ ਵਿੱਚ ਪਰਮਾਤਮਾ ਵਾਲੇ ਬੰਨੇ ਪ੍ਰੇਮ ਨਹੀਂ ਪਾਇਆ, ਪ੍ਰਭੂ ਵਾਲੇ ਬੰਨੇ ਪਿਆਰ ਨਹੀਂ ਪਾਇਆ, ਸਾਰੀ ਜ਼ਿੰਦਗੀ ਅਜਾਈ ਗਵਾ ਕੇ ਚਲੇ ਗਿਆ। ਬਾਬਾ ਫਰੀਦ ਸਾਹਿਬ ਜੀ ਦਾ ਅੱਜ ਦਾ ਜੋ ਸ਼ਲੋਕ ਇਹ ਕਹਿ ਰਿਹਾ ਹੈ ਕਿ ਦੇਖ ਫਰੀਦਾ ਜੋ ਥੀਆ, ਫਰੀਦਾ ਝਾਤ ਮਾਰ ਕੇ ਦੇਖ ਹੋ ਕੀ ਗਿਆ ਹੈ। ਦਾੜੀ ਹੋਈ ਭੂਰ ਚਿੱਟੀ ਹੋ ਗਈ ਹੈ, ਅੱਗੋਂ ਨੇੜਾ ਆਇਆ ਸਮਾਂ ਬਿਲਕੁਲ ਨੇੜੇ ਆ ਗਿਆ, ਪਿੱਛਾ ਰਹਿਆ ਦੂਰ। ਉਹ ਪਿਛਲਾ ਬੰਨਾ ਜਿਹੜਾ ਬਚਪਨਾ ਸੀ, ਜਵਾਨੀ ਸੀ, ਉਹ ਬਹੁਤ ਦੂਰ ਰਹਿ ਗਈ। ਉਹਨੂੰ ਨਾ ਬਾਰ-ਬਾਰ ਚੇਤੇ ਕਰ, ਬਾਰ-ਬਾਰ ਯਾਦ ਨਾ ਕਰ। ਉਹ ਚੀਜ਼ ਨੂੰ ਯਾਦ ਕਰਨਾ ਤੇ ਪਰਮਾਤਮਾ ਨੂੰ ਕਰ, ਯਾਦ ਕਰਨਾ ਤੇ ਪਰਮੇਸ਼ਰ ਨੂੰ ਕਰ, ਉਹ ਚੀਜ਼ਾਂ ਸਾਰੀਆਂ ਭੁਲਾ ਦੇ। ਮੈਂ ਹੁਣ ਥੋੜੀ ਜਿਹੀ ਬੇਨਤੀ ਇਹ ਵੀ ਕਰ ਦਿਆਂ ਕਿ ਗੁਰਮੁਖੋ ਜਿਨ੍ਹਾਂ ਨੂੰ ਇਹ ਸਮਝ ਆ ਜਾਂਦੀ ਹੈ, ਉਹ ਫਿਰ ਦਾੜੀ ਚਿੱਟੀ ਹੋਣ ਤੋਂ ਪਹਿਲਾਂ ਆਪਣਾ ਮਨ ਚਿੱਟਾ ਕਰ ਲੈਂਦੇ ਆ। ਚਿੱਟੀ ਹੋਣ ਤੋਂ ਪਹਿਲਾਂ ਫਿਰ ਸਮਝਿਓ ਉਹ ਮਨ ਚਿੱਟਾ ਕਰ ਲੈਂਦੇ ਆ। ਹੁੰਦਾ ਨਹੀਂ ਵੈਸੇ, ਇਹਨੂੰ ਤਾਂ ਮਹਾਰਾਜ ਕਹਿੰਦੇ ਨੇ ਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆਹ ਖੰਨਲੀ ਧੋਤੀ ਉਜਰੀ ਨਾ ਹੋਈ, ਜੇ 100 ਧੋਮਣ ਪਾ। ਇਹਦਾ ਮਤਲਬ ਹੋ ਗਿਆ ਇਹ ਕਾਲੇ ਦਾ ਕਾਲਾ ਰਹਿ ਜਾਂਦਾ, ਇਹ ਚਿੱਟਾ ਤੇ ਕਦੀ ਹੁੰਦਾ ਹੀ ਨਹੀਂ। ਇਹਦੇ ਵਾਲੇ ਬੰਨੇ ਤੇ ਧਿਆਨ ਹੀ ਕੋਈ ਨਹੀਂ ਨਾ ਦੇ ਰਹੇ। ਪਰ ਜਿਨ੍ਹਾਂ ਨੇ ਬਚਪਨ ਵਿੱਚ ਧਿਆਨ ਦਿੱਤਾ, ਉਹ ਇਉਂ ਕਹਿ ਲਓ ਕਿ ਦਾੜੀ ਚਿੱਟੀ ਹੋਣ ਤੋਂ ਪਹਿਲਾਂ ਆਪਣਾ ਮਨ ਵੀ ਚਿੱਟਾ ਕਰ ਲਿਆ ਉਹਨਾਂ ਨੇ। ਉਹ ਦੋ ਇਤਿਹਾਸ ਦੇ ਵਿੱਚ ਸਾਖੀਆਂ ਨੇ। ਇੱਕ ਤਾਂ 12 ਸਾਲ ਦੀ ਉਮਰ ਵਾਲੇ ਜਿਹਨੂੰ ਅਸੀਂ ਬਾਬਾ ਬੁੱਢਾ ਸਾਹਿਬ ਕਹਿੰਦੇ ਹਾਂ। ਹੁਣ ਗੁਰਮੁਖੋ ਦੇਖੋ ਸ਼ਬਦ ਤਾਂ ਬੁੱਢਾ ਹੀ ਹੈ ਨਾ ਉੱਥੇ ਵੀ। ਮਹਾਰਾਜ ਕਹਿ ਰਹੇ ਨੇ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਕਹਿੰਦਾ ਕਿ ਮਹਾਰਾਜ ਮੈਂ ਤੁਹਾਡੀ ਸੇਵਾ ਕੀ ਕਰਾਂ, ਦੁੱਧ ਛਕਾਉਂਦਾ ਮਹਾਰਾਜ ਨੂੰ, ਸਤਿਗੁਰੂ ਦੇ ਚਰਨਾਂ 'ਚ ਕਹਿੰਦਾ ਮਹਾਰਾਜ ਮੈਨੂੰ ਉਹ ਕਿਰਪਾ ਕਰਕੇ ਬਖਸ਼ਿਸ਼ ਕਰੋ ਕਿ ਪਰਮਾਤਮਾ ਦੀ ਪ੍ਰਾਪਤੀ ਹੋ ਜਾਏ। ਤੇ ਮਹਾਰਾਜ ਨੂੰ ਕਹਿੰਦਾ ਮਹਾਰਾਜ ਮੌਤ ਆਉਣ ਤੋਂ ਪਹਿਲਾਂ ਪਰਮੇਸ਼ਰ ਮਿਲ ਪਵੇ। ਕਮਾਲ ਹੋ ਗਈ ਯਾਰੋ, 12 ਸਾਲ ਦਾ ਬੱਚਾ ਇਹ ਕਹਿ ਰਿਹਾ ਕਿ ਮੌਤ ਆਉਣ ਤੋਂ ਪਹਿਲਾਂ ਰੱਬ ਦੀ ਪ੍ਰਾਪਤੀ ਹੋ ਜਾਏ। ਇੱਥੇ ਤਾਂ ਦਾੜੀ ਚਿੱਟੀ ਹੋ ਗਈ ਤਾਂ ਨਹੀਂ ਚੇਤਾ ਆਉਂਦਾ ਵੀ ਰੱਬ ਚੇਤੇ ਆ ਜਾਏ, ਉਹਨੂੰ 12 ਸਾਲ ਦੀ ਉਮਰ 'ਚ ਚੇਤੇ ਆ ਗਿਆ। ਮਹਾਰਾਜ ਕਹਿੰਦੇ ਤੇਰਾ ਨਾਂ ਕੀ? ਕਹਿੰਦਾ ਜੀ ਬੂੜਾ। ਬੂੜਾ ਵੀ ਅਸਲ 'ਚ ਬੁੱਢੇ ਨੂੰ ਕਹਿੰਦੇ ਆ, ਜੇ ਆਪਾਂ ਸ਼ਬਦ ਬੋਲਣ 'ਚ ਬੋਲੀਏ ਤੇ। ਮਹਾਰਾਜ ਕਹਿੰਦੇ ਸੱਚਮੁੱਚ ਹੀ ਤੂੰ ਬੂੜਾ ਹੈ। ਬੂੜਾ ਮੈਨੇ ਬੁੱਢਾ। ਹੁਣ ਇਹਦਾ ਅਰਥ ਬੁੱਢਾ ਕੀ ਹੋ ਗਿਆ? ਜਿਹੜਾ ਬਾਬਾ ਫਰੀਦ ਸਾਹਿਬ ਇੱਥੇ ਕਹਿ ਰਹੇ ਉਹ ਨਹੀਂ ਇੱਥੇ, ਕਿਉਂਕਿ 12 ਸਾਲ ਦੇ ਬੱਚੇ ਨੂੰ ਅਸੀਂ ਬੁੱਢਾ ਉਹ ਨਹੀਂ ਕਹਿ ਰਿਹਾ ਜੋ ਚਿੱਟੀ ਦਾੜੀ ਵਾਲਾ। ਵੈਸੇ ਭਾਈ ਨੰਦ ਲਾਲ ਜੀ ਨੇ ਇੱਕ ਬੜਾ ਪਿਆਰਾ ਸ਼ਬਦ ਕਿਹਾ ਹੈ। ਉਹ ਕਹਿੰਦੇ ਨੇ ਬਜ਼ੁਰਗੀ ਬਾ ਅਕਲ ਬਾ ਸਾਲ। ਸਾਲ ਮੈਨੇ ਹੋ ਗਿਆ ਸਾਲ, ਬਾ ਅਕਲ। ਉਹ ਕਹਿੰਦੇ ਬਜ਼ੁਰਗੀ ਦਾ ਸੰਬੰਧ ਅਕਲ ਨਾਲ ਹੈ, ਸਾਲਾਂ ਨਾਲ ਨਹੀਂ। ਫਿਰ ਸਮਝਿਓ ਜੀ, ਬਜ਼ੁਰਗੀ ਬਾ ਅਕਲ ਬਾ ਸਾਲ, ਇਹਦਾ ਮਤਲਬ ਹੋ ਗਿਆ ਬਜ਼ੁਰਗੀ ਦਾ ਸੰਬੰਧ ਅਕਲ ਨਾਲ ਹੈ, ਸਾਲਾਂ ਨਾਲ ਨਹੀਂ। ਉਹ ਕਈ ਵਾਰ 100 ਸਾਲ 'ਚ ਵੀ ਜਾ ਕੇ ਬੰਦੇ ਨੂੰ ਅਕਲ ਨਹੀਂ ਆਉਂਦੀ, ਤੇ ਕਈ ਵਾਰ 12 ਸਾਲ ਦੀ ਉਮਰ 'ਚ ਹੀ ਅਕਲ ਆ ਜਾਂਦੀ ਹੈ। ਮੇਰੀ ਬੇਨਤੀ ਸਮਝਿਓ ਜੀ। ਇੱਕ ਬਚਨ ਹੋਰ ਮਹਾਰਾਜ ਦਾ ਜਦੋਂ ਸ਼ਲੋਕ 12 ਤੇ ਵਧੇਕ ਪੜ੍ਹਦੇ ਆ ਨਾ, ਉਹਦੇ 'ਚ ਮਹਾਰਾਜ ਕਹਿੰਦੇ ਗੁਰਮੁਖ ਬੁੱਢੇ ਕਦੇ ਨਾਹੀਂ, ਜਿਨ ਅੰਤਰ ਸੁਰਤ ਗਿਆਨ। ਇਹਦਾ ਕੀ ਮਤਲਬ ਹੋਇਆ ਜੀ? ਕਿ ਉਹਨਾਂ ਨੂੰ ਦਾੜੀ ਚਿੱਟੀ ਨਹੀਂ ਹੁੰਦੀ ਉਹਨਾਂ ਦੀ, ਗੁਰਮੁਖਾਂ ਦੀ? ਨਹੀਂ, ਉੱਥੇ ਮਹਾਰਾਜ ਕਹਿੰਦੇ ਨੇ
ਉਹ ਆਤਮਿਕ ਤੌਰ ਤੇ ਅੰਦਰੋਂ ਐ ਚਿੱਟਾ ਮਨ ਕਰ ਲੈਂਦੇ ਆ। ਇਸ ਕਰਕੇ ਚਿੱਟੇ ਮਨ ਵਾਲੇ ਜਦੋਂ ਪ੍ਰਮਾਤਮਾ ਦੇ ਦਰਬਾਰ 'ਚ ਪ੍ਰਵਾਨ ਹੁੰਦੇ ਆ, ਮਹਾਰਾਜ ਕਹਿੰਦੇ ਉਹ ਜਿਹੜੇ ਬਜ਼ੁਰਗ ਨੇ ਨਾ, ਗੁਰਮੁਖ ਬੁੱਢੇ ਕਦੇ ਨਾ, ਉਹ ਆਤਮਿਕ ਤੌਰ ਤੇ ਇੰਨੇ ਬਲਵਾਨ ਹੁੰਦੇ ਆ ਕਿ ਜੇ 75 ਸਾਲ ਦੀ ਉਮਰ 'ਚ ਪਤਾ ਲੱਗੇ ਵੀ ਦਰਬਾਰ ਸਾਹਿਬ ਤੇ ਕੋਈ ਅਟੈਕ ਕਰ ਰਿਹਾ ਤੇ ਉਹ 75 ਸਾਲ ਦੀ ਉਮਰ 'ਚ ਖੰਡਾ ਚੁੱਕ ਕੇ ਤੁਰ ਪੈਂਦੇ ਆ। ਗੁਰਮੁਖ ਬੁੱਢੇ ਕਦੇ ਨਾ ਹੀ ਜਿਹਨਾਂ ਅੰਤਰ ਸੁਰਤ ਗਿਆਨ, ਅਗਲੀ ਤੁਕ ਨਾਲ ਹੀ ਕਹਿੰਦੇ ਮਨਮੁਖ ਬਾਲ ਬਿਰਧ ਸਮਾਨ। ਮਨ ਪਿੱਛੇ ਕਰਨ ਵਾਲਾ ਬੰਦਾ ਭਾਵੇਂ ਬਜ਼ੁਰਗ ਹੋ ਗਿਆ ਪਰ ਗੱਲਾਂ ਤਾਂ ਉਹੀ ਕਰੀ ਜਾਂਦਾ ਬਚਪਨੇ ਵਾਲੀਆਂ, ਅਣਜਾਣਪੁਣੇ ਵਾਲੀਆਂ ਗੱਲਾਂ ਕਰੀ ਜਾ ਰਿਹਾ। ਮੈਂ ਜਿਹੜੀ ਬੇਨਤੀ ਕਰਨ ਲੱਗਿਆ ਸੀ, ਮਹਾਰਾਜ ਕਹਿੰਦੇ ਤੂੰ ਤਾਂ ਬਜ਼ੁਰਗ ਹੈ, ਮਤਲਬ ਹੋ ਗਿਆ ਬਹੁਤ ਸਿਆਣੀਆਂ ਗੱਲਾਂ ਕਰਦਾ ਹੈ। ਉਹਨੇ ਮਹਾਰਾਜ ਤੋਂ ਕਿਹਾ ਸੱਚੇ ਪਾਤਸ਼ਾਹ ਕਿਰਪਾ ਕਰੋ। ਸਤਿਗੁਰੂ ਕਹਿੰਦੇ ਸਮਝ ਕਿੱਥੋਂ ਆਈ? ਇਹ ਕਿਵੇਂ ਪਤਾ ਲੱਗਿਆ ਵੀ ਮੌਤ ਆਉਣ ਤੋਂ ਪਹਿਲਾਂ ਅੱਗਾ ਨੇੜੇ ਆਇਆ ਪਿੱਛਾ ਰਿਹਾ? ਦੂਰ ਕੋਈ ਬਜ਼ੁਰਗ ਤਾਂ ਕਵੇ, 12 ਸਾਲ ਦਾ ਬੱਚਾ ਕਵੇ ਵੀ ਮੌਤ ਆਉਣ ਤੋਂ ਪਹਿਲਾਂ ਪਰਮਾਤਮਾ ਦੀ ਪ੍ਰਾਪਤੀ ਹੋ ਜਾਏ। ਮਹਾਰਾਜ ਕਹਿੰਦੇ ਸਮਝ ਕਿੱਥੋਂ ਆਈ? ਉਹਨੇ ਕਿਹਾ ਮਹਾਰਾਜ ਅਸੀਂ ਜ਼ਿਮੀਂਦਾਰ ਹਾਂ, ਸਾਡੇ ਇੱਕ ਦਿਨ ਕੀ ਹੋਇਆ ਕਿ ਹਮਲਾਵਰ ਆਏ, ਕੁਝ ਮੁਗਲ ਆਏ, ਉਹ ਆਪਣੇ ਘੋੜੇ ਦੜਾ ਕੇ ਇਧਰ ਦੀ ਲੰਘੇ ਸਨ। ਮਹਾਰਾਜ ਜਦੋਂ ਘੋੜੇ ਉਹਨਾਂ ਦੇ ਸਾਡੀ ਫਸਲ ਵਿੱਚ ਦੀ ਲੰਘੇ, ਕੁਝ ਫਸਲ ਸੀ ਜਿਹੜੀ ਥੋੜੀ ਥੋੜੀ ਕੁੰਗਰੀ ਸੀ, ਕੁਝ ਥੋੜੇ ਜਿਹੇ ਵੱਡੇ ਸਨ ਬੂਟੇ, ਜਿਹੜੇ ਹਰੇ ਸਨ ਉਹਨਾਂ ਨੇ ਘੋੜਿਆਂ ਨੇ ਚਰ ਲਏ, ਜਿਹੜੇ ਛੋਟੇ ਸੀ ਉਹ ਉਹਨਾਂ ਦੇ ਪੈਰਾਂ ਥੱਲੇ ਆ ਕੇ ਨੱਪੇ ਗਏ। ਮੈਂ ਸੋਚਿਆ ਇਹ ਜਿਹੜੇ ਸਿਪਾਹੀ ਆਏ ਨੇ, ਮੁਗਲ ਆਏ ਨੇ, ਇਹਨਾਂ ਦੇ ਘੋੜਿਆਂ ਨਾਲ ਇਹ ਫਸਲ ਜਿਹੜੀ ਬਿਲਕੁਲ ਛੋਟੇ ਸੀ ਉਹ ਨੱਪੇ ਗਏ, ਜਿਹੜੀ ਹਰੀ ਸੀ ਉਹਨੂੰ ਵੱਢ ਕੇ ਲੈ ਗਏ ਜਾਂ ਖਾ ਗਏ। ਇੱਥੋਂ ਮੈਨੂੰ ਇਹ ਲੱਗਿਆ ਵੀ ਪਰਮਾਤਮਾ ਵਾਹਿਗੁਰੂ ਜੀ ਪਰਮੇਸ਼ਰ ਦੇ ਇਉਂ ਕਹਿ ਲਓ ਧਰਮ ਰਾਜ ਦੇ ਦੂਤ ਆਉਣਗੇ, ਜੰਮ ਆਉਣਗੇ, ਉਹਨਾਂ ਕਿਹੜਾ ਦੇਖਣਾ ਹੈ? ਹੋ ਸਕਦਾ ਉਹਨਾਂ ਦੇ ਜੰਮ ਮੈਨੂੰ ਬਚਪਨੇ ਵਿੱਚ ਹੀ ਲੈ ਜਾਣ, ਜਵਾਨੀ 'ਚ ਹੀ ਲੈ ਜਾਣ, ਕਿਹੜੀ ਉਮਰ 'ਚ ਲੈ ਜਾਣ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੀ ਗੋਦ 'ਚ ਬਿਠਾਇਆ। ਇੰਨੇ ਖੁਸ਼ ਹੋਏ ਗੁਰੂ ਨਾਨਕ ਦੇਵ ਮਹਾਰਾਜ, ਕਹਿੰਦੇ ਕਮਾਲ ਹੋ ਗਈ ਬਈ, ਐਡੀ ਛੋਟੀ ਉਮਰ 'ਚ ਐਡੀ ਉੱਚੀ ਗੱਲ ਕਰ ਰਿਹਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਤੂੰ ਗੁਰੂ ਨਾਨਕ ਦੇ ਘਰ ਦਾ ਬੁੱਢਾ ਹੋਏਗਾ। ਏਡੀ ਵੱਡੀ ਬਖਸ਼ਿਸ਼ ਲੈ ਲਈ, ਗੁਰੂ ਨਾਨਕ ਦੇ ਘਰ ਦਾ ਬੁੱਢਾ ਮਹਾਰਾਜ ਨੇ ਕਹਿ ਦਿੱਤਾ। ਤੇ ਯਾਦ ਰੱਖਿਓ ਬਾਬਾ ਬੁੱਢਾ ਸਾਹਿਬ ਜੀ 125 ਸਾਲ ਦੀ ਉਹਨਾਂ ਦੀ ਉਮਰ ਹੋਈ ਹੈ। 113 ਸਾਲ ਸਿੱਖੀ ਕਮਾਈ ਗੁਰਮੁਖ ਉਹਨਾਂ ਨੇ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਮਹਾਰਾਜ ਜੀ ਤੱਕ 113 ਸਾਲ ਸਿੱਖੀ ਕਮਾਉਣ ਵਾਲਾ ਉਹ ਬਾਬਾ। ਮੈਂ ਜਿਹੜੀ ਬੇਨਤੀ ਕਰ ਰਿਹਾ, ਮੈਂ ਦੋ ਉਦਾਹਰਨਾਂ ਲੈਣੀਆਂ ਸੀ। ਇੱਕ ਤਾਂ ਬਾਬਾ ਬੁੱਢਾ ਸਾਹਿਬ ਵਾਲੀ ਹੋ ਗਈ, ਹੁਣ ਉਹਨਾਂ ਨੇ ਇਹ ਕਹਿ ਲਓ ਕਿ ਦਾੜੀ ਚਿੱਟੀ ਹੋਣ ਤੋਂ ਪਹਿਲਾਂ ਹੀ ਆਪਣਾ ਮਨ ਇੰਨਾ ਸਫੈਦ ਚਿੱਟਾ ਕਰ ਲਿਆ, ਗੁਰੂ ਦਰ ਤੇ ਪ੍ਰਵਾਨ ਹੋ ਗਏ। ਦੂਸਰੀ ਇਤਿਹਾਸ ਦੀ ਸਾਖੀ ਉਹ ਵੀ ਬੱਚੇ ਦੀ ਹੈ, ਉਹਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੀਤਾ, ਬਾਬਾ ਬੁੱਢਾ ਸਾਹਿਬ ਦਾ ਜ਼ਿਕਰ ਵੀ ਨਾ ਕੀਤਾ ਹੈ। ਉਹਦਾ ਨਾਂ ਹੈ ਭਾਈ ਤਾਰੂ ਪੋਪਟ। ਪਹਿਲਾਂ ਜਦੋਂ ਪਹਿਲੀ ਸਿੱਖਾਂ ਦੀ ਜਿਹੜੀ ਲਿਸਟ ਬਣਾਈ ਨਾ ਭਾਈ ਗੁਰਦਾਸ ਨੇ, ਸਭ ਤੋਂ ਪਹਿਲਾਂ ਨਾਂ ਹੀ ਉਹਦਾ ਲਿਖਿਆ ਹੈ, ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਭਾਏ ਉਦਾਸੀ। ਭਾਈ ਗੁਰਦਾਸ ਜੀ ਕਹਿੰਦੇ ਬਾਲ ਦਾ ਮਤਲਬ ਬਚਪਨਾ, ਬਚਪਨੇ ਵਿੱਚ ਉਹਨੂੰ ਉਦਾਸੀਨ ਹੋ ਗਿਆ। ਇਹਦਾ ਮਤਲਬ ਬਚਪਨੇ ਵਿੱਚ ਏਡੀ ਵੱਡੀ ਬਖਸ਼ਿਸ਼ ਉਹ ਕਿਵੇਂ ਲੈ ਗਿਆ? ਗੁਰੂ ਨਾਨਕ ਦੇਵ ਮਹਾਰਾਜ ਜੀ ਕਰਤਾਰਪੁਰ ਜਦੋਂ ਸਨ ਤੇ ਰੋਜ਼ ਸਤਿਗੁਰਾਂ ਦੇ ਦਰਸ਼ਨ ਕਰਨ ਆਉਂਦਾ ਸੀ, ਸੰਗਤ ਵਿੱਚ ਬੈਠਦਾ ਸੀ। ਤੇ ਜਦੋਂ ਸੰਗਤ 'ਚ ਬੈਠਣਾ, ਬੜਾ ਟਿਕਾਅ ਬਣਾ ਕੇ ਬੈਠੇ ਰਹਿਣਾ, ਕਿੰਨਾ ਸਮਾਂ ਬੈਠੇ ਰਹਿਣਾ। ਜਦੋਂ ਸੰਗਤ ਸਾਰੀ ਚਲੀ ਜਾਣੀ ਇਹ ਫਿਰ ਵੀ ਬੈਠਾ ਰਹਿੰਦਾ ਸੀ। ਕਈ ਦਿਨ ਲੰਘ ਗਏ, ਮਹਾਰਾਜ ਨੇ ਇੱਕ ਦਿਨ ਇਸ ਬੱਚੇ ਨੂੰ ਆਪਣੇ ਕੋਲ ਬੁਲਾਇਆ। ਮਹਾਰਾਜ ਕਹਿੰਦੇ ਸੰਗਤ ਸਾਰੀ ਚਲੀ ਜਾਂਦੀ ਹੈ, ਪਰਿਵਾਰ ਦੇ ਜੀ ਚਲੇ ਜਾਂਦੇ ਆ, ਤੂੰ ਇਕੱਲਾ ਬੈਠਾ ਰਹਿਣਾ ਕਿੰਨਾ ਸਮਾਂ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕੀ ਮੰਗ ਲੈ ਕੇ ਬੈਠਾ ਹੈ? ਹੁਣ ਵੇਖੋ ਇਹ ਹੈ ਤਾਂ ਇਹ ਵੀ ਬਚਪਨਾ, ਛੋਟੀ ਉਮਰ ਹੈ। ਤੇ ਮਹਾਰਾਜ ਨੂੰ ਕਹਿ ਰਿਹਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੂੰ, ਮਹਾਰਾਜ ਮੈਂ ਇਹ ਸੋਚਦਾ ਪਿਆ ਹਾਂ ਕਿ ਉਹ ਸਮਾਂ ਆਉਣ ਤੋਂ ਪਹਿਲਾਂ ਜਮਾਂ ਦਾ ਸਮਾਂ ਆਉਣ ਤੋਂ ਪਹਿਲਾਂ ਮੌਤ ਆਉਣ ਤੋਂ ਪਹਿਲਾਂ ਮੈਂ ਵਾਹਿਗੁਰੂ ਦੇ ਘਰ ਵਿੱਚ ਪ੍ਰਵਾਨ ਹੋ ਜਾਏ। ਇਹਦਾ ਮਤਲਬ ਹੈ ਇਹ ਬਚਪਨੇ ਵਿੱਚ ਹੀ ਆਪਣਾ ਚਿੱਟਾ ਮਨ ਕਰ ਲਿਆ ਉਹਨੇ। ਮੈਂ ਨਾਲ ਇਹ ਕਹਿ ਰਿਹਾ ਕਿ ਅਸੀਂ 100 ਸਾਲ 'ਚ ਵੀ ਜਾ ਕੇ ਮਨ ਕਾਲੇ ਦਾ ਕਾਲਾ ਲੈ ਕੇ ਤੁਰ ਜਾਂਦੇ ਆ, ਪਰ ਜਿਨ੍ਹਾਂ ਤੇ ਬਖਸ਼ਿਸ਼ ਹੋ ਜਾ ਬਚਪਨੇ ਵਿੱਚ ਹੀ ਮਨ ਚਿੱਟਾ ਕਰ ਲੈਂਦੇ। ਮੈਂ ਬੇਨਤੀ ਜਿਹੜੀ ਕਰ ਰਿਹਾ ਮਹਾਰਾਜ ਨੂੰ ਕਹਿ ਰਿਹਾ ਸੱਚੇ ਪਾਤਸ਼ਾਹ ਮਹਾਰਾਜ ਜੀ ਜੰਮ ਆਉਣ ਤੋਂ ਪਹਿਲਾਂ ਪ੍ਰਭੂ ਦੇ ਘਰ ਵਿੱਚ ਪ੍ਰਵਾਨ ਹੋ ਜਾਵਾਂ। ਮਹਾਰਾਜ ਕਹਿੰਦੇ ਤੈਨੂੰ ਛੋਟੀ ਜਿਹੀ ਉਮਰ ਵਿੱਚ ਹੀ ਏਡੀ ਵੱਡੀ ਸਮਝ ਕਿੱਥੋਂ ਆਈ, ਸਿੱਖਿਆ ਕਿੱਥੋਂ ਲਈ? ਉਹਨੇ ਜਿਹੜੀ ਉਦਾਹਰਨ ਦਿੱਤੀ, ਜਿਹੜਾ ਉਹਨੇ ਕਿਹਾ ਮਹਾਰਾਜ ਮੇਰੀ ਮਾਂ ਨੇ ਇੱਕ ਦਿਨ ਮੈਨੂੰ ਅੱਗ ਬਾਲਣ ਵਾਸਤੇ ਕਿਹਾ ਸੀ। ਜਦੋਂ ਮੈਂ ਅੱਗ ਬਾਲਣ ਲੱਗਾ, ਮੈਂ ਵੱਡੀਆਂ ਲੱਕੜਾਂ ਇਕੱਠੀਆਂ ਕੀਤੀਆਂ, ਬੜੀ ਕੋਸ਼ਿਸ਼ ਕੀਤੀ, ਅੱਗ ਨਹੀਂ ਸੀ ਬਲਦੀ। ਮਾਂ ਮੇਰੇ ਕੋਲ ਆ ਗਈ, ਕਹਿੰਦੀ ਪੁੱਤ ਅੱਗ ਇਦਾਂ ਨਹੀਂ ਬਲਦੀ ਹੁੰਦੀ। ਤੇ ਮੈਂ ਆਪਣੀ ਮਾਂ ਨੂੰ ਪੁੱਛਿਆ ਮਾਂ ਕਿਵੇਂ ਅੱਗ ਬਲਦੀ ਹੈ? ਉਹਨੇ ਕਿਹਾ ਪੁੱਤ ਪਹਿਲਾਂ ਕੱਖ ਇਕੱਠੇ ਕਰੀਦੇ ਆ, ਛੋਟੇ ਕੱਖ ਪਹਿਲਾਂ ਇਕੱਠੇ ਕਰੀਦੇ ਆ, ਫਿਰ ਛੋਟੀਆਂ ਲੱਕੜਾਂ ਰੱਖੀਦੀਆਂ ਨੇ, ਜਦੋਂ ਅੱਗ ਮੱਚ ਜਾਏ ਫਿਰ ਵੱਡੀਆਂ ਰੱਖ ਦਈਦੀਆਂ ਨੇ।
ਕਹਿੰਦਾ ਮਹਾਰਾਜ ਮੈਨੂੰ ਇੱਥੋਂ ਹੀ ਪਤਾ ਲੱਗ ਗਿਆ ਕਿ ਜੇ ਛੋਟੀ ਸਭ ਤੋਂ ਪਹਿਲਾਂ ਛੋਟੇ ਛੋਟੇ ਕੱਖਾਂ ਨੂੰ ਅੱਗ ਲੱਗਦੀ ਹੈ ਤੇ ਮੈਂ ਸੋਚਿਆ ਜੇ ਛੋਟੇ ਕੱਖਾਂ ਨੂੰ ਅੱਗ ਪਹਿਲਾਂ ਲੱਗਦੀ ਹੈ ਤੇ ਮੇਰਾ ਜਿਹੜਾ ਜੀਵਨ ਹੈ ਇਹ ਕਿਤੇ ਬਚਪਨੇ ਵਿੱਚ ਹੀ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਘਰ ਦਾ ਆਉਣ ਦਾ ਸੱਦਾ ਕੋਈ ਪਤਾ ਥੋੜਾ ਕਿਸੇ ਨੂੰ ਕਦੋਂ ਆ ਜਾਣਾ। ਮੈਂ ਇਹ ਸੋਚਦਾ ਸੀ ਵੀ ਕਿਤੇ ਮੈਨੂੰ ਵੀ ਜਿਵੇਂ ਮਾਂ ਕਹਿੰਦੀ ਹੈ ਕੱਖਾਂ ਨੂੰ ਪਹਿਲਾਂ ਅੱਗ ਲੱਗਦੀ ਹੈ, ਮੈਨੂੰ ਕਿਤੇ ਬਚਪਨੇ ਵਿੱਚ ਹੀ ਧਰਮਰਾਜ ਦੇ ਦੂਤ ਹੀ ਨਾ ਲੈ ਜਾਣ। ਹੁਣ ਦੇਖੋ ਜਦੋਂ ਜ਼ਿੰਦਗੀ 'ਚ ਗੁਰਮੁਖ ਗੱਲ ਚੇਤੇ ਰੱਖਿਓ ਜੀ, ਜਿਸ ਬੰਦੇ ਨੂੰ ਮੌਤ ਚੇਤੇ ਰਹਿ ਗਈ ਨਾ ਉਹੀ ਬੰਦਾ ਜ਼ਿੰਦਗੀ ਵਿੱਚ ਧਰਮ ਵਾਲੇ ਬੰਨੇ ਕੁਝ ਕਰ ਲਏਗਾ। ਫਿਰ ਮੇਰੀ ਬੇਨਤੀ ਸਮਝੋ, ਬਾਣੀ 'ਚ ਤੁਸੀਂ ਦੇਖੋ ਆ ਜਿੰਨੇ ਹੁਣ ਸ਼ਲੋਕ ਬਾਬਾ ਫਰੀਦ ਸਾਹਿਬ ਦੇ ਆਪਾਂ ਲੈਣੇ ਨੇ, ਜਿੰਨੇ ਵੀ ਸ਼ਲੋਕ ਹੋਣਗੇ ਬਹੁ ਗਿਣਤੀ ਵਿੱਚ ਗੱਲ ਮੌਤ ਦੀ ਤੁਰੀ ਹੋਣੀ ਬਾਰ-ਬਾਰ। ਸ਼ੁਰੂਆਤ ਵੀ ਮੌਤ ਤੋਂ ਹੀ ਹੋਈ ਸੀ। ਜਿੱਤ ਦਿਹਾੜਾ ਧਨਵਰੀ ਸਾਹੇ ਲਏ ਲਿਖਾਏ ਮਲਕ ਜੇ ਕੰਦੀ ਸੁਣੀ ਦਾ ਮੂੰਹ, ਗੱਲ ਸ਼ੁਰੂਆਤ ਹੀ ਇੱਥੋਂ ਕੀਤੀ ਸੀ। ਇਹਨਾਂ ਦੇ ਸ਼ਲੋਕਾਂ ਵਿੱਚ ਆਉਣਾ ਹੈ ਕਿ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ। ਇਹਨਾਂ ਦੇ ਸ਼ਲੋਕਾਂ ਵਿੱਚ ਆਉਣਾ ਕਿ 3.5 ਮਣ ਦਿਉਰੀ ਚੱਲੇ ਪਾਣੀਆਂ ਨੂੰ। ਬਾਬਾ ਫਰੀਦ ਸਾਹਿਬ ਦੇ ਸ਼ਲੋਕਾਂ 'ਚ ਸਾਰਾ ਕੁਝ ਆਉਣਾ ਹੈ। ਮੈਂ ਕਹਿੰਦਾ ਇੰਨੀ ਮੌਤ ਚੇਤੇ ਕਰਾ ਕੇ ਰੱਬ ਵਾਲੇ ਬੰਨੇ ਜੋੜਨ ਦਾ ਕੀ ਯਤਨ ਹੀ ਹੈ ਨਾ ਕਿ ਬੰਦੇ ਨੂੰ ਮੌਤ ਹਮੇਸ਼ਾ ਤੁਸੀਂ ਦੇਖੋ ਜਿਸ ਬੰਦੇ ਨੂੰ ਮੌਤ ਚੇਤੇ ਹੈ ਉਸ ਬੰਦੇ ਨੂੰ ਅਸਲ 'ਚ ਪਤਾ ਹੋਵੇਗਾ ਮੈਂ ਜ਼ਿੰਦਗੀ ਕਿਵੇਂ ਜਿਉਣੀ ਹੈ। ਉਦੋਂ ਬੰਦਾ ਜਦੋਂ ਮੌਤ ਭੁੱਲਦੀ ਹੈ ਫਿਰ ਕੀ ਕਰਦਾ? ਮਹਾਰਾਜ ਨੇ ਬਾਣੀ 'ਚ ਲਿਖਿਆ ਖਾਣਾ ਪੀਣਾ ਹੱਸਣਾ ਸੌਣਾ, 4 ਗੱਲਾਂ ਬੰਦਾ ਜ਼ਿੰਦਗੀ 'ਚ ਹਮੇਸ਼ਾ ਕਰਦਾ ਹੈ। ਖਾਣਾ ਪੀਣਾ ਹੱਸਣਾ ਤੇ ਸੌਣਾ। ਇਹਦਾ ਮਤਲਬ ਇਹ 4 ਚੀਜ਼ਾਂ ਜਿਹੜੀਆਂ ਨੇ ਨਾ ਇਹ ਬੰਦੇ ਨੂੰ ਕਦੀ ਨਹੀਂ ਭੁੱਲਦੀਆਂ। ਹਰ ਵੇਲੇ ਹਰ ਸਮੇਂ ਹਰ ਟਾਈਮ ਚੇਤੇ ਰਹਿੰਦੀਆਂ ਨੇ। ਇੱਕ ਚੀਜ਼ ਭੁੱਲ ਜਾਂਦੀ ਜਿਹੜੀ ਚੇਤੇ ਰੱਖਣੀ ਸੀ ਉਹ ਭੁਲਾ ਬੈਠਾ, ਵਿਸਰ ਗਿਆ ਹੈ ਮਰਨਾ। ਉਹ ਚੀਜ਼ ਵਿਸਾਰ ਦਿੱਤੀ ਜਿਹੜੀ ਚੇਤੇ ਰੱਖਣੀ ਸੀ ਭੁਲਾ ਦਿੱਤੀ, ਜਿਹੜੀਆਂ ਭੁਲਾਉਣੀਆਂ ਸੀ ਚੇਤੇ ਵਿੱਚ ਰੱਖੀ ਬੈਠਾ ਹੈ। ਮੈਂ ਜਿਹੜੀ ਬੇਨਤੀ ਕਰ ਰਿਹਾ ਉਹਨੇ ਕਿਹਾ ਮਹਾਰਾਜ ਕਿ ਇਹ ਹੁਣ ਮੇਰੀ ਮਾਂ ਨੇ ਲੱਕੜਾਂ ਨੂੰ ਅੱਗ ਲਾਉਣ ਦੀ ਜਦੋਂ ਗੱਲ ਆਈ ਮੈਂ ਸਭ ਕੁਝ ਦੇਖਿਆ ਅੱਖਾਂ ਦੇ ਸਾਹਮਣੇ। ਉੱਥੋਂ ਪਤਾ ਚੱਲਿਆ ਕਿ ਉਹ ਜੰਮ ਕਿਤੇ ਆ ਕੇ ਬਚਪਨੇ ਵਿੱਚ ਨਾ ਲੈ ਜਾਣ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਇਹਦੇ ਤੇ ਕਿਰਪਾ ਕੀਤੀ। ਮਹਾਰਾਜ ਕਹਿੰਦੇ ਸੰਗਤ ਬਾਣੀ ਸੇਵਾ ਆਪਣੀ ਜ਼ਿੰਦਗੀ 'ਚ ਤਾਰੂ ਕਮਾਉਂਦੇ ਰਹਿਣਾ ਹੈ। ਤਾਰੂ ਪੋਪਟ ਉਹਦਾ ਨਾਂ ਹੈ। ਇਹ ਆਪਣੀ ਜ਼ਿੰਦਗੀ 'ਚ ਕਮਾਉਂਦੇ ਰਹਿਣਾ ਹੈ। ਇਹਦਾ ਮਤਲਬ ਹੋ ਗਿਆ ਉਹ ਬੱਚਾ ਆ ਕੇ ਬਚਪਨੇ ਵਿੱਚ ਹੀ ਗੁਰੂ ਜੀ ਦੀ ਏਡੀ ਵੱਡੀ ਬਖਸ਼ਿਸ਼ ਪ੍ਰਾਪਤ ਕਰ ਗਿਆ ਜਿਹੜੀ ਅਸੀਂ ਵੱਡੀ ਵਡੇਰੀ ਉਮਰ ਵਿੱਚ ਜਾ ਕੇ ਵੀ ਪ੍ਰਾਪਤ ਨਹੀਂ ਕਰ ਰਹੇ। ਅੱਜ ਦਾ ਜੋ ਸ਼ਲੋਕ ਬਾਬਾ ਫਰੀਦ ਸਾਹਿਬ ਦਾ ਸਾਨੂੰ ਯਾਦ ਕਰਵਾ ਰਿਹਾ ਹੈ ਕਿ ਦੇਖ ਫਰੀਦਾ ਜੋ ਥੀਆ ਦਾੜੀ ਹੋਈ ਭੂਰ। ਬਾਬਾ ਫਰੀਦ ਸਾਹਿਬ ਕਹਿੰਦੇ ਵੇਖੋ ਬੰਦਿਆ ਕੀ ਹੋ ਗਿਆ, ਬਾਲ ਪਹਿਲਾਂ ਬਚਪਨਾ ਸੀ, ਫਿਰ ਭਰ ਜੋਬਨ ਜਵਾਨੀ ਵਿੱਚ ਆਇਆ, ਫਿਰ ਦਾੜੀ ਆਉਣੀ ਸ਼ੁਰੂ ਹੋਈ, ਹੌਲੀ ਹੌਲੀ ਇਹ ਕਾਲੇ ਬਣੇ ਵਾਲ, ਕਾਲਿਆਂ ਤੋਂ ਹੌਲੀ ਹੌਲੀ ਇਹ ਚਿੱਟੇ ਬਣਦੇ ਗਏ, ਢਲਦੀ ਗਈ ਜਵਾਨੀ ਸਾਰੀ ਦੀ ਸਾਰੀ। ਤੇ ਮੈਂ ਬੇਨਤੀ ਕੀਤੀ ਸੀ ਕੋਸ਼ਿਸ਼ ਕਰਦੇ ਆ ਕਿ ਨਾ ਪਤਾ ਲੱਗੇ। ਯਾਦ ਰੱਖਿਓ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਓ ਸਾਡੇ ਆ ਚਿਹਰੇ ਦੀਆਂ ਝੁਰੜੀਆਂ, ਸਾਡਾ ਕੰਬਣਾ। ਵੈਸੇ ਬਜ਼ੁਰਗੀ ਵਿੱਚ ਤਾਂ ਬਹੁਤ ਜ਼ਿਆਦਾ ਲੱਛਣ ਨੇ ਨਾ। ਬਰਫ਼ ਦਾ ਫਰਿੱਜ ਦਾ ਪਾਣੀ ਨਹੀਂ ਪੀ ਸਕਦਾ ਉਹ ਬਜ਼ੁਰਗ, ਉਹਦਾ ਬੰਦ ਹੋ ਜਾਏਗਾ। ਇਉਂ ਕਹਿ ਲਓ ਕਿ ਲੰਮਾ ਸਮਾਂ ਉਹ ਬੈਠ ਨਹੀਂ ਸਕਦਾ ਚੌਕੜਾ ਮਾਰ ਕੇ, ਤੁਰ ਜ਼ਿਆਦਾ ਨਹੀਂ ਸਕਦਾ, ਸੋਚ ਜ਼ਿਆਦਾ ਨਹੀਂ ਸਕਦਾ। ਸਾਰੀਆਂ ਨਿਸ਼ਾਨੀਆਂ ਹੀ ਨੇ ਨਾ। ਗੱਲ ਜਦ ਵਿੱਚੋਂ ਚੇਤੇ ਆ ਗਈ ਕਿ ਰੂਮੀ ਲਿਖਦਾ ਹੈ ਗੱਲ ਨੂੰ। ਉਹ ਕਹਿੰਦਾ ਇੱਕ ਬਜ਼ੁਰਗ ਕਿਸੇ ਵੈਦ ਕੋਲ ਚਲਿਆ ਗਿਆ। ਉਹ ਜਾ ਕੇ ਵੈਦ ਨੂੰ ਕਹਿੰਦਾ ਵੀ ਮੇਰਾ ਸਿਰ ਬੜਾ ਕੰਬਦਾ ਹੈ। ਉਹ ਕਹਿੰਦਾ ਬਾਪੂ ਜੀ ਇਹ ਬੁਢੇਪੇ ਦੀ ਨਿਸ਼ਾਨੀ ਹੈ। ਉਹ ਕਹਿੰਦਾ ਮੇਰੀ ਕਮਰ ਦਰਦ ਬੜਾ ਕਰਦੀ ਰਹਿੰਦੀ ਹੈ। ਉਹ ਕਹਿੰਦਾ ਬਾਪੂ ਜੀ ਇਹ ਬੁਢੇਪੇ ਦੀ ਨਿਸ਼ਾਨੀ ਹੈ। ਉਹ ਕਹਿੰਦਾ ਮੇਰੇ ਹੱਥ ਕੰਬਦੇ ਹੈ। ਉਹ ਕਹਿੰਦਾ ਬੁਢੇਪੇ ਦੀ ਨਿਸ਼ਾਨੀ ਹੈ। ਕਹਿੰਦਾ ਹੁਣ ਤਾਂ ਖਾਣ ਨੂੰ ਵੀ ਬਹੁਤਾ ਕੁਝ ਚੇਤਾ ਕਰਦਾ ਪਰ ਚੀਜ਼ ਲੰਘਦੀ ਨਹੀਂ। ਉਹ ਕਹਿੰਦਾ ਬੁਢੇਪੇ ਦੀ ਨਿਸ਼ਾਨੀ ਹੈ। ਬਾਪੂ ਨੇ ਡਾਂਗ ਚੁੱਕ ਲਈ। ਉਹ ਕਹਿੰਦਾ ਤੈਨੂੰ ਡਾਕਟਰ ਕਿੰਨੇ ਬਣਾਇਆ, ਤੈਨੂੰ ਵੈਦ ਕਿੰਨੇ ਬਣਾਇਆ? ਉਹੋ ਜਿਹਾ ਬਣਾਉਣ ਵਾਲਾ ਤੇ ਉਹੋ ਜਿਹਾ ਤੂੰ ਬਣਨ ਵਾਲਾ ਵੀ ਹਰ ਗੱਲ ਬੁਢੇਪੇ ਦੀ, ਹਰ ਗੱਲ ਬੁਢੇਪੇ ਦੀ, ਤੈਨੂੰ ਡਾਕਟਰ ਕਿੰਨੇ ਬਣਾਇਆ? ਉਹ ਕਹਿੰਦਾ ਬਾਪੂ ਜੀ ਗੁੱਸੇ ਆਉਣ ਦਾ ਕਾਰਨ ਵੀ ਬੁਢੇਪਾ ਹੀ ਹੈ। ਇਹਦਾ ਕਾਰਨ ਵੀ ਬੁਢੇਪਾ ਹੈ। ਤੁਸੀਂ ਦੇਖੋ ਬਜ਼ੁਰਗਾਂ ਨੂੰ ਗੁੱਸਾ ਬਹੁਤ ਆਉਂਦਾ ਹੈ। ਮਹਾਰਾਜ ਨੇ ਆਹ ਭੋਲੇ ਸ਼ਬਦ ਬੜੇ ਗਏ ਨਾ, ਕਠਵੇਂ ਕ੍ਰੋਧ ਹੁਆ ਤਨ ਨਾਲ, ਕਰ ਕੁਝ ਨਹੀਂ ਸਕਦਾ ਤੇ ਐਵੇਂ ਉਤਰਾ ਹੀ ਕਿੱਲੀ ਜਾਂਦਾ। ਕੱਲ ਉਹਨੂੰ ਪਤਾ ਵੀ ਨਹੀਂ ਵੀ ਚਲੋ ਆਪੇ ਜੋ ਕੁਝ ਹੋਣਾ ਤਾਂ ਹੁੰਦਾ ਰਹਿਣ ਦੇ। ਆਹ ਨਹੀਂ ਕੀਤਾ, ਆਹ ਨਹੀਂ ਕੀਤਾ, ਐਵੇਂ ਚੁੱਕੀ ਫਿਰਦਾ ਜ਼ਿੰਮੇਵਾਰੀਆਂ। ਭੈਣੋ ਤੁਸੀਂ ਮਾਫ ਕਰਿਓ, ਨੋ ਘਰ 'ਚ ਆ ਜਾਏ, ਪੋਤਰੇ ਵੀ ਘਰ 'ਚ ਆ ਜਾਣ ਤਾਂ ਵੀ ਮਾਂ ਚਾਬੀਆਂ ਨਹੀਂ ਛੱਡਦੀ ਆ, ਘੁੱਟ ਕੇ ਫੜੀਆਂ ਵੀ ਫੜਾ ਭਰਾ ਹੁਣ ਤੂੰ ਚਾਬੀਆਂ ਨੂੰ ਕੀ ਕਰਨਾ ਗਾ, ਅਗਲੇ ਦੀ ਤਿਆਰੀ ਹੈ। ਨਾ ਬਾਪੂ ਛੱਡਦਾ ਚੀਜ਼ਾਂ, ਨਾ ਬੇਬੇ ਛੱਡਦੀ ਇਹ ਚੀਜ਼ਾਂ। ਉਹ ਚੀਜ਼ਾਂ ਮੈਂ ਪਹਿਲਾਂ ਸ਼ੁਰੂ 'ਚ ਕਿਹਾ ਕਿ ਬਚਪਨ ਉਹ ਬਾਰ-ਬਾਰ ਪਿਛਲਾ ਚੇਤੇ ਆਈ ਜਾਂਦਾ ਨਾ।
ਉਹਦੇ ਦਬਕੇ ਮਾਰੇ ਸੋ ਚੇਤੇ ਆਈ ਜਾਂਦੇ ਆ, ਕਰ ਕੋਈ ਸਕਦਾ ਨਹੀਂ। ਕਿਸੇ ਦਾ ਬਜ਼ੁਰਗ ਬਿਮਾਰ ਹੋ ਗਿਆ ਤੇ ਉਹ ਕਹੇ ਬਾਜਾ ਬਾਜਾ, ਤੇ ਪੁੱਤ ਸਾਰੇ ਘੇਰੇ ਘੇਰੇ ਹੋ ਗਏ, ਬਾਜਾ ਬਾਜਾ ਕੀ ਹੁੰਦਾ ਹੈ? ਉਹਨਾਂ ਵੈਦ ਹਕੀਮ ਸੱਦੇ ਵੀ ਬਾਪੂ ਨੂੰ ਪੁੱਛੋ ਕੁਝ ਕਹਿਣਾ ਚਾਹੁੰਦਾ, ਤੇ ਸੱਦੇ ਇਸ ਕਰਕੇ ਵੀ ਕਿਤੇ ਬਾਪੂ ਨੇ ਖਜ਼ਾਨਾ ਨਾ ਨੱਪ ਕੇ ਰੱਖਿਆ ਹੋਵੇ, ਜਿਹੜਾ ਕਹਿੰਦਾ ਵੀ ਡੂੰਘਾ ਨੱਪਿਆ ਫਲਾਣੇ ਦੇ ਥਾਂ ਤੇ ਉੱਤੇ ਪੁੱਟ ਲਿਆਓ ਜੀ। ਉਹਨਾਂ ਵੈਦ ਹਕੀਮ ਸੱਦੇ ਵੀ ਸ਼ਬਦ ਪੂਰਾ ਬਣ ਜਾਏ, ਵਾਕ ਪੂਰਾ ਬਣ ਜਾਏ। ਵੈਦ ਹਕੀਮ ਕਹਿੰਦੇ ਕੋਸ਼ਿਸ਼ ਕਰਦੇ ਆ। ਉਹਨਾਂ ਜਦੋਂ ਕੋਸ਼ਿਸ਼ ਕੀਤੀ, ਦਵਾਈ ਉਹੋ ਜਿਹੀ ਕੋਈ ਦਿੱਤੀ ਕਿ ਬਾਪੂ ਦਾ ਸ਼ਬਦ ਪੂਰਾ ਬਣ ਗਿਆ। ਬੜੇ ਭੱਜੇ ਲਾਗੇ ਆ ਗਏ ਵੀ ਹੁਣ ਕੀ ਕਹੇਗਾ। ਸਾਰੇ ਸੋਚਦੇ ਸੀ ਵੀ ਬਾਪੂ ਨੇ ਕਹਿਣਾ ਵੀ ਫਲਾਣੇ ਥਾਂ ਤੇ ਪੈਸੇ ਪਏ, ਖਜ਼ਾਨਾ ਪਿਆ, ਸੋਨਾ ਪਿਆ। ਸਾਰੇ ਨੇੜੇ ਹੋ ਗਏ, ਪੁੱਛਦੇ ਬਾਪੂ ਨੂੰ ਵੀ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ? ਜਦੋਂ ਉਹਨੇ ਉਹ ਕਹ ਲਓ ਵੀ ਬੋਲਣਾ, ਵੈਦ ਨੇ ਉਹਨੂੰ ਬੁਲਾਉਣ ਵਾਸਤੇ ਕੋਸ਼ਿਸ਼ ਕੀਤੀ, ਬੋਲਿਆ। ਉਹ ਕਹਿੰਦਾ ਮੇਰੇ ਵੱਲੇ ਕੀ ਵੇਂਦੇ, ਉਧਰ ਬੱਚਾ ਵੇਖੋ ਬਾਹਰ ਝਾੜੂ ਖਾ ਗਿਆ ਜੀ। ਉਹਦਾ ਬਾਜਾ ਕਹਿੰਦਾ ਸੀ ਨਾ, ਉਹ ਕਹਿੰਦਾ ਬੱਚਾ ਵੇਖੋ ਝਾੜੂ ਖਾ ਗਿਆ, ਜੇ ਮੇਰੇ ਦੁਆਲੇ ਕੀ ਹੋਏ ਫਿਰਦੇ ਜੀ ਤੁਸੀਂ? ਉਹ ਕਹਿੰਦੇ ਵਾਹ ਬਈ ਵਾਹ, ਬਾਪੂ ਹੁਣ ਘੁਰੜੇ ਵੱਜਦੇ ਪਏ, 2 ਕਿ 4 ਸਵਾਸ ਆ, ਤੈਨੂੰ ਅਜੇ ਵੀ ਬੱਚਾ ਬਾਹਰ ਝਾੜੂ ਖਾਂਦਾ ਦਿਸਦਾ ਪਿਆ। ਬਾਬਾ ਫਰੀਦ ਸਾਹਿਬ ਜੋ ਕਹਿ ਰਹੇ, ਮੈਂ ਪਹਿਲਾਂ ਕਿਹਾ ਸ਼ਬਦ ਤਾਂ ਭਾਵੇਂ ਇੰਨਾ ਹੈ ਕਿ ਦਾੜੀ ਚਿੱਟੀ ਹੋ ਗਈ, ਅੱਗਾ ਨੇੜੇ ਹੈਗਾ, ਗੱਲ ਤਾਂ ਇੰਨੀ ਹੈ ਨਾ। ਰਮਜਾਂ ਬੜੀਆਂ ਡੂੰਘੀਆਂ ਨੇ ਬੰਦਿਆ, ਚਿੱਟੇ ਕੇਸ ਹੋ ਗਏ ਆ। ਹੁਣ ਪਿਛਾਂ ਵਾਲਾ ਬੰਨਾ ਛੱਡਦੇ ਸੋਚਦਾ, ਹੁਣ ਅੱਗਾ ਨੇੜੇ ਆਇਆ ਤਾਂ ਮਤਲਬ ਹੈ, ਮੰਨ ਲਓ ਅਸੀਂ ਕਿ ਸਫ਼ਰ ਤੇ ਜਾ ਰਹੇ ਹਾਂ, ਤੇ ਜਿੱਥੇ ਜਾ ਰਹੇ, ਜਿਹੜੇ ਸ਼ਹਿਰ ਜਾਣਾ ਹੈ ਬਿਲਕੁਲ ਉਹਦੇ ਨੇੜੇ ਪਹੁੰਚ ਗਿਆ। ਪਿਛਲੀ ਗੱਲ ਛੱਡ, ਹੁਣ ਜਿੱਥੋਂ ਤੁਰ ਰਹੇ ਉਹਨੂੰ ਛੱਡ ਪਰਾਂ। ਹੁਣ ਜੇ ਉਹੀ ਚੇਤਾ ਕਰੀ ਜਾਵੇ ਮੈਂ ਇੰਨੇ ਕਿਲੋਮੀਟਰ ਚੱਲ ਗਿਆ, ਮੈਂ ਇੱਥੋਂ ਚੱਲ ਗਿਆ, ਮੈਂ ਫਲਾਣੇ ਪੰਪ ਤੇ ਖਲੋਤਾ ਸੀ, ਮੈਂ ਫਲਾਣੇ ਤੋਂ ਆ ਲਿਆ ਸੀ, ਉਹ ਛੱਡ ਪਰਾਂ। ਹੁਣ ਤੂੰ ਜਿੱਥੇ ਆ ਗਿਆ ਗੱਲ ਉਹਦੀ ਕਰ। ਬਾਬਾ ਫਰੀਦ ਸਾਹਿਬ ਕਹਿੰਦੇ ਜਿੱਥੇ ਪਹੁੰਚ ਗਿਆ ਹੈ ਉਹਨੂੰ ਸੋਚ, ਪਿਛਲੀਆਂ ਗੱਲਾਂ ਆਪਣੀਆਂ ਸਾਰੀਆਂ ਭੁਲਾ, ਕਿਉਂਕਿ ਉਹਨਾਂ ਨੇ ਤੇਰਾ ਸਾਥ ਨਹੀਂ ਦੇਣਾ। ਸਾਥ ਤੇਰਾ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦੇ ਨਾਮ ਨੇ ਦੇਣਾ ਹੈ। ਅੱਜ ਦਾ ਸ਼ਲੋਕ ਬਾਬਾ ਫਰੀਦ ਸਾਹਿਬ ਦਾ ਇਹ ਕਹਿ ਰਿਹਾ ਹੈ ਕਿ ਦੇਖ ਫਰੀਦਾ ਜੋਤ ਥੀਆ। ਸਾਨੂੰ ਸਾਰਿਆਂ ਨੂੰ ਕਹਿ ਰਹੇ ਨੇ, ਦੇਖੋ ਭਾਈ ਇਹ ਕੀ ਵਾਪਰ ਗਿਆ। ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ, ਪਿੱਛਾ ਰਹਿਆ ਦੂਰ। ਉਹ ਬਚਪਨਾ ਜਵਾਨੀ ਚਲੀ ਗਈ, ਦੂਰ ਰਹਿ ਗਈ ਹੈ। ਅਗਲਾ ਪਾਸਾ ਬਿਲਕੁਲ ਨਜ਼ਦੀਕ ਤੇ ਨੇੜੇ ਆ ਗਿਆ ਹੈ। ਉਹ ਨੇੜੇ ਆਉਣ ਕਰਕੇ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਵਾਲੇ ਬੰਨੇ ਤੋਂ ਤੁਰ, ਆਪਣੀ ਸੁਰਤ ਨੂੰ ਇਸ ਬੰਨੇ ਲਾ, ਤਾਂ ਕਿ ਪਰਮਾਤਮਾ ਦੀ ਕਿਰਪਾ ਨਾਲ ਤੇਰਾ ਸਮਾਂ ਸਵਾਸ ਤੇਰੇ ਸਫਲ ਹੋ ਜਾਏ। ਤੂੰ ਪ੍ਰਭੂ ਦੇ ਦਰਬਾਰ ਵਿੱਚ ਪ੍ਰਵਾਨ ਹੋ ਜਾਏ। ਸਫਲ ਭਈ ਸਫਲ ਯਾਤਰਾ, ਤੇਰੀ ਯਾਤਰਾ ਸਫਲ ਹੋ ਜਾਏ। ਉਹ ਜਿਹੜੀ ਸਾਰੀ ਅਸੀਂ ਯਾਤਰਾ ਵਿੱਚ ਹੀ ਹੈ, ਵੈਸੇ ਤਾਂ ਗੁਰੂ ਕਿਰਪਾ ਕਰਿਓ ਯਾਤਰਾ ਉਸ ਘਰ ਤੱਕ ਸਫਲ ਪਹੁੰਚ ਜਾਵੇ। ਇਹ ਗੁਰੂ ਚਰਨਾਂ 'ਚ ਅਰਦਾਸ ਕਰੀਏ। ਬੇਅੰਤ ਭੁੱਲਾਂ ਹੋ ਗਈਆਂ, ਸ਼ਬਦ ਦੀ ਵਿਚਾਰ ਕਰਦੇ ਹਾਂ। ਸਤਿਗੁਰੂ ਤੇ ਸਾਧ ਸੰਗਤ ਬਖਸ਼ਣ ਯੋਗ ਹੈ। ਭੁੱਲ ਚੁੱਕ ਦੀ ਖਿਮਾ ਦਿੰਦੇ ਹੋਏ ਪਿਆਰ ਸਹਿਤ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ